ਨੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਧੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਜਬ ਪ੍ਰਕਾਸ਼ ਰਬ ਕੋ ਹੋਏ ਆਇਓ। ਚੜਨ ਹੇਤ ਖਾਸਾ ਮੰਗਵਾਇਓ। ਪੰਚ ਸਿੱਖ ਲੇ ਆਪਣੇ ਸਾਥ। ਕੀਨ ਅਰੂਢਨ ਅਰਜਨ ਨਾਥ। ਜਬ ਪ੍ਰਕਾਸ਼ ਰਬ ਕੋ ਹੋਏ ਆਇਓ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਜਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ, ਆਪ ਜੀ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋ। ਮੁੱਖ ਵਾਕ ਪਾਠ ਆਪ ਜੀ ਨੇ ਸਰਵਣ ਕੀਤਾ। ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ। ਕੁਝ ਸਮਾਂ ਲੜੀਵਾਰ ਕਥਾ ਦੇ ਨਾਲ ਆਪਣੀਆਂ ਚਿੱਤ ਬਿਰਤੀਆਂ ਨੂੰ ਜੋੜੀਏ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਤੁਸਾਂ ਸਰਵਣ ਕੀਤਾ। ਮਹਾਰਾਜ ਜੀ ਨੇ ਸ਼ਾਮ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ। ਬਾਬਾ ਬੁੱਢਾ ਸਾਹਿਬ ਜੀ ਦੇ ਰਾਹੀਂ ਲਵਾਇਆ ਜੀ। ਇਹ ਬਚਨ ਗੁਪਤ ਰੱਖਣ ਵਾਸਤੇ ਮਹਾਰਾਜ ਜੀ ਨੇ ਹੁਕਮ ਕੀਤਾ। ਆਖਿਆ, ਭਾਈ ਜਦੋਂ ਅਸੀਂ ਸਰੀਰ ਤਿਆਗ ਦਿਆਂਗੇ ਖਬਰ ਆਵੇਗੀ, ਸੰਗਤਾਂ ਇਕੱਠੀਆਂ ਕਰਿਓ, ਫਿਰ ਗੁਰਤਾ ਗੱਦੀ 'ਤੇ ਬਿਠਾਇਓ, ਫਿਰ ਸਾਡੇ ਇਹ ਬਚਨ ਜਿਹੜੇ ਹਨ ਉਹ ਦੱਸਣੇ ਹਨ। ਮਹਾਰਾਜ ਜੀ ਇਹ ਬਚਨ ਕਰਕੇ ਘਰ ਦੇ ਵਿੱਚ ਗਏ ਆ। ਗੁਰੂ ਕੇ ਮਹਿਲ ਦੇ ਵਿੱਚ ਸੱਚੇ ਪਾਤਸ਼ਾਹ ਬੈਠੇ ਨੇ। ਪਲੰਘੇ ਉੱਤੇ ਮਹਾਰਾਜ ਬੈਠੇ ਆ। ਪ੍ਰਸ਼ਾਦਾ ਛਕਿਆ। ਪ੍ਰਸ਼ਾਦਾ ਛਕਣ ਤੋਂ ਬਾਅਦ ਮਾਤਾ ਗੰਗਾ ਜੀ ਸਤਿਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਬੈਠ ਗਏ ਆ। ਮਹਾਰਾਜ ਜੀ ਨੇ ਬੜੇ ਤਰੀਕੇ ਦੇ ਨਾਲ ਮਾਤਾ ਗੰਗਾ ਜੀ ਨੂੰ ਸਾਰੀ ਗੱਲ ਦੱਸੀ ਹੈ। ਮਹਾਰਾਜ ਕਹਿਣ ਲੱਗੇ, ਤੂੰ ਵੱਡਿਆਂ ਭਾਗਾਂ ਵਾਲੀ ਹੈ। ਗੁਰੂ ਰਾਮਦਾਸ ਜੀ ਦੀ ਨੂੰਹ ਆ ਕਹਿਣ ਲੱਗੇ। ਮਹਾਰਾਜ ਕਹਿਣ ਲੱਗੇ, ਸਾਡੀ ਗੱਲ ਬੜੇ ਧਿਆਨ ਨਾਲ ਸੁਣਿਓ। ਸਤਿਗੁਰੂ ਜੀ ਮਾਤਾ ਗੰਗਾ ਜੀ ਨੂੰ ਸਾਰੀ ਗੱਲ ਦੱਸਦੇ ਆ। ਕਹਿੰਦੇ ਆ, ਗੰਗਾ ਜੀ ਇਹ ਜਿਹੜਾ ਸਰੀਰ ਬੰਦੇ ਦਾ ਬਣਿਆ
ਇਹਨੇ ਇੱਕ ਨਾ ਇੱਕ ਦਿਨ ਨਾਸ ਹੋਣਾ ਹੈ। ਅੱਜ ਨਹੀਂ ਤੇ ਕੱਲ੍ਹ ਨਾਸ ਹੋ ਜਾਏਗਾ। ਇਹੋ ਜਿਹਾ ਕੋਈ ਸਰੀਰ ਇਸ ਸੰਸਾਰ ਵਿੱਚ ਨਹੀਂ ਹੈਗਾ ਜਿਹੜਾ ਨਾਸ ਨਾ ਹੋਵੇ ਜੀ। ਇਹ ਬਹੁਤ ਵੱਡੀ ਸੱਚਾਈ ਹੈ। ਅਸੀਂ ਸਰੀਰਾਂ ਕਰਕੇ ਇੱਥੇ ਬੈਠੇ ਹਾਂ ਜੀ। ਤੁਸੀਂ ਵਿਖਾ ਦਿਓ ਕੋਈ ਇਹੋ ਜਿਹਾ ਸਰੀਰ ਨਹੀਂ ਹੈਗਾ ਜਿਹੜਾ ਨਾਸ ਨਹੀਂ ਹੋਇਆ ਜੀ। ਮਹਾਰਾਜ ਬਾਣੀ 'ਚ ਲਿਖਦੇ, ਰਹਿਣ ਨਾ ਪਾਵਹਿ ਸੁਰ ਨਰ ਦੇਵਾ। ਦੇਵਤੇ ਹੋਣ, ਮਨੁੱਖ ਹੋਣ ਜਾਂ ਦੇਵ ਰੂਪ ਹੋਣ, ਕੋਈ ਵੀ ਪੱਕਾ ਨਹੀਂ ਇੱਥੇ ਰਹਿੰਦਾ ਸੰਗਤ ਜੀ ਸੰਸਾਰ ਵਿੱਚ। ਮਹਾਰਾਜ ਨੇ ਮਾਤਾ ਗੰਗਾ ਜੀ ਨੂੰ ਦੱਸਿਆ ਵੀ ਅਸੀਂ ਹੁਣ ਸਰੀਰ ਤਿਆਗ ਦੇਣਾ। ਜਦੋਂ ਮਾਤਾ ਗੰਗਾ ਜੀ ਨੇ ਇਹ ਗੱਲ ਸੁਣੀ, ਹੰਝੂ ਡਿੱਗਣ ਲੱਗ ਪਏ ਅਤੇ ਮਾਤਾ ਜੀ ਨੇ ਬੈਠਿਆਂ ਬੈਠਿਆਂ ਹੀ ਫੁਰਨਾ ਬਣਾ ਲਿਆ, ਜੇ ਗੁਰੂ ਸਾਹਿਬ ਸਰੀਰ ਤਿਆਗ ਦੇ ਤਾਂ ਮੈਂ ਵੀ ਨਾਲ ਹੀ ਤਿਆਗ ਦੇਣਾ ਹੈ। ਜਦੋਂ ਮਾਤਾ ਜੀ ਨੇ ਇਹ ਫੁਰਨਾ ਬਣਾਇਆ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਮਾਤਾ ਜੀ ਨੂੰ ਸਮਝਾਇਆ। ਉਸੇ ਵੇਲੇ ਹੀ ਮਹਾਰਾਜ ਮਾਤਾ ਜੀ ਨੂੰ ਕਹਿਣ ਲੱਗੇ, ਗੰਗਾ ਜੀ ਸਰੀਰ ਤਿਆਗਣ ਬਾਰੇ ਸੋਚਣਾ ਵੀ ਨਹੀਂ ਤੁਸੀਂ ਕਹਿਣ ਲੱਗੇ। ਤੁਹਾਡੇ ਪੁੱਤਰ ਨੇ ਗੁਰਤਾ ਗੱਦੀ 'ਤੇ ਬੈਠਣਾ ਕਹਿਣ ਲੱਗੇ। ਬੜਾ ਵੱਡਾ ਤੇਜ ਪ੍ਰਤਾਪ ਹੋਣਾ, ਤੁਹਾਡੇ ਪੁੱਤਰ ਦੇ ਘਰ ਪੋਤਰੇ ਹੋਣੇ ਆ। ਇਹ ਸਾਰਾ ਕੁਝ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਣਾ ਕਹਿਣ ਲੱਗੇ। ਜਦੋਂ ਤੁਸੀਂ ਸਰੀਰ ਤਿਆਗਣਾ ਹੋਏਗਾ, ਅਸੀਂ ਤੁਹਾਨੂੰ ਆਪ ਆਵਾਜ਼ ਮਾਰਾਂਗੇ ਵੀ ਹੁਣ ਸਰੀਰ ਤਿਆਗ ਦਿਓ ਕਹਿਣ ਲੱਗੇ। ਫਿਰ ਵੀ ਮਾਤਾ ਗੰਗਾ ਜੀ ਦਾ ਧੀਰਜ ਨਹੀਂ ਸੀ ਵੱਜਦਾ। ਮਹਾਰਾਜ ਸਾਡਾ ਰਾਖਾ ਕੌਣ ਹੋਏਗਾ ਤੁਹਾਡੇ ਤੋਂ ਬਗੈਰ। ਸਤਿਗੁਰੂ ਜੀ ਨੇ ਮਾਤਾ ਜੀ ਨੂੰ ਸਮਝਾਇਆ। ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਮਿਹਰ ਦੀ ਦ੍ਰਿਸ਼ਟੀ ਕੀਤੀ ਮਾਤਾ ਜੀ ਦੇ ਉੱਤੇ। ਜਦੋਂ ਮਾਤਾ ਜੀ ਉੱਤੇ ਮਿਹਰ ਦੀ ਦ੍ਰਿਸ਼ਟੀ ਕੀਤੀ ਨਾ, ਮਾਤਾ ਜੀ ਦੇ ਬੈਰਾਗ ਨੂੰ ਠੱਲ ਪਈ ਅਤੇ ਮੋਹ ਅੰਦਰੋਂ ਦੂਰ ਹੋਇਆ ਜੀ। ਫਿਰ ਮਾਤਾ ਜੀ ਨੇ ਹੱਥ ਜੋੜ ਕੇ ਮਹਾਰਾਜ ਨੂੰ ਕਹਿ ਤਾ, ਸੱਚੇ ਪਾਤਸ਼ਾਹ ਹੁਣ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਠੀਕ ਹੈਗਾ ਜੀ। ਪਤਾ ਕੀ ਗੱਲ ਹੈ, ਭਾਣਾ ਮੰਨਣ ਵਾਸਤੇ ਵੀ ਅੰਦਰ ਬਲ ਹੋਣਾ ਚਾਹੀਦਾ ਹੈ ਜੀ। ਭਾਣਾ ਮੰਨਣਾ, ਕੋਈ ਭਾਣਾ ਵਰਤਿਆ, ਅੰਦਰ ਬਲ ਹੋਣਾ ਚਾਹੀਦਾ ਹੈ। ਪ੍ਰੇਮ ਨਾਲ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਉਹ ਜਿਹੜਾ ਅੰਦਰ ਬਲ ਚਾਹੀਦਾ ਹੈ ਨਾ ਜੀ, ਉਹ ਗੁਰੂ ਸਾਹਿਬ ਬਲ ਬਖਸ਼ਿਸ਼ ਕਰਦੇ ਬੰਦੇ ਨੂੰ ਜੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਮਾਤਾ ਜੀ ਹੋਣਾ ਨੂੰ ਮਹਾਰਾਜ ਨੇ ਸਾਰੀ ਗੱਲ ਸਮਝਾਈ। ਰਾਤ ਸੱਚੇ ਪਾਤਸ਼ਾਹ ਜੀ ਨੇ ਆਰਾਮ ਕੀਤਾ। ਦਿਨ ਚੜ੍ਹਿਆ, ਸਤਿਗੁਰੂ ਜੀ ਨੇ ਇਸ਼ਨਾਨ ਕਰਕੇ ਸਮਾਧੀ ਲਾ ਲਈ ਜੀ। ਹੁਣ ਇਹਦੇ ਤੋਂ ਅੱਗੇ ਕਥਾ ਸਰਵਣ ਕਰਨੀ ਹੈ। ਅੱਜ ਦਾ ਜਿਹੜਾ ਪ੍ਰਸੰਗ ਹੈ, ਅੰਮ੍ਰਿਤਸਰ ਸਾਹਿਬ ਨੂੰ ਸਰੀਰ ਕਰਕੇ ਗੁਰੂ ਅਰਜਨ ਸਾਹਿਬ ਤਿਆਗ ਰਹੇ ਹੈ ਜੀ। ਉਹ ਕਥਾ ਆਏਗੀ। ਸੁਰਤੀਆਂ ਬਿਰਤੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜੋੜੀਏ। ਸਭ ਸੰਗਤ ਗੱਜ ਕੇ ਕਹੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਜਬ ਪ੍ਰਕਾਸ਼ ਰਵ ਕੋ ਹੋਏ ਆਇਓ, ਚੜਨ ਹੇਤ ਖਾਸਾ ਮੰਗਵਾਇਓ। ਸੂਰਜ ਚੜ ਗਿਆ ਜੀ। ਸੂਰਜ ਦਾ ਚਾਨਣ ਹੋਇਆ। ਮਹਾਰਾਜ ਜੀ ਨੇ ਇੱਕ ਸਿੱਖ ਨੂੰ ਡਿਊਟੀ ਲਾਈ ਵੀ ਕੁਝ ਪ੍ਰੇਮੀਆਂ ਨੂੰ ਨਾਲ ਲੈ ਤੇ ਸਾਡੇ ਵਾਸਤੇ ਪਾਲਕੀ ਲੈ ਕੇ ਆਓ ਕਹਿਣ ਲੱਗੇ। ਖਾਸਾ ਪਾਲਕੀ ਨੂੰ ਕਹਿੰਦੇ ਜੀ। ਹਾਂਜੀ। ਪੰਜ ਸਿੱਖ ਲੈ ਆਪਣੇ ਸਾਥ। ਪੰਜ ਸਿੱਖ ਮਹਾਰਾਜ ਜੀ ਨੇ ਆਪਣੇ ਨਾਲ ਲਏ ਜੀ। ਮੈਂ ਬੜੀ ਬੜੀ ਬੇਨਤੀ ਤੁਹਾਨੂੰ ਕੀਤੀ ਹੈ। ਪੰਜ ਹੀ ਗੁਰੂ ਤੇਗ ਬਹਾਦਰ ਜੀ ਨੇ ਨਾਲ ਲਏ ਸੀਗੇ ਜੀ, ਅਤੇ ਪੰਜ ਹੀ ਗੁਰੂ ਅਰਜਨ ਸਾਹਿਬ ਜੀ ਨੇ ਲਏ। 10ਵੇਂ ਪਾਤਸ਼ਾਹ ਜੀ ਨੇ ਵੀ ਪੰਜ ਹੀ ਪਿਆਰੇ ਸਾਜੇ ਜੀ। ਪੰਜ ਹੀ ਸਾਨੂੰ ਕਕਾਰ ਦਿੱਤੇ ਹੈ ਅਤੇ ਪੰਜ ਹੀ ਬਾਣੀਆਂ ਦਾ ਨਿਤਨੇਮ ਦਿੱਤਾ ਹੈ ਜੀ। ਕਿਉਂ ਪੰਜ ਦਿੱਤੇ ਹੈ? ਕਿਉਂਕਿ ਜਿੱਥੇ ਪੰਜ ਹੋਵੇਗਾ ਉੱਥੇ ਪਰਮੇਸ਼ਰ ਦਾ ਵਾਸਾ ਹੋਏਗਾ ਜੀ। ਇੱਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਇੱਕ ਸਿੱਖ ਸਿੱਖ ਹੈ, ਦੋ ਸਿੱਖ ਹੋ ਗਏ ਸਮਝੋ ਸਾਧ ਸੰਗ ਹੈ, ਅਤੇ ਜਿੱਥੇ ਪੰਜ ਸਿੱਖ ਹੋ ਗਏ ਸਮਝੋ ਉੱਥੇ ਪਰਮੇਸ਼ਰ ਦਾ ਵਾਸਾ ਹੋ ਗਿਆ ਜੀ। ਪੰਜ ਸਿੱਖ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਨਾਲ ਲਏ ਜੀ। ਹਾਂਜੀ। ਕੀਨ ਅਰੂਢਨ ਅਰਜਨ ਨਾਥ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਫਿਰ ਪਾਲਕੀ ਸਾਹਿਬ ਦੇ ਵਿੱਚ ਬੈਠ ਗਏ, ਅਸਵਾਰ ਹੋ ਗਏ ਜੀ। ਪੰਜ ਸਿੱਖ ਕਿਹੜੇ ਕਿਹੜੇ ਨੇ ਜੀ? ਉਹ
ਉਹ ਸੁਣਿਓ। ਵਿਧਿਆ ਜੇਠਾ ਲੰਗ ਪਿਰਾਣਾ। ਗੁਰੂ ਘਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੀਨਾ ਅਖਵਾਉਣ ਵਾਲੇ ਸਿੱਖ ਬਾਬਾ ਬਿਧੀ ਚੰਦ ਸਾਹਿਬ ਨੂੰ ਮਹਾਰਾਜ ਨਾਲ ਲੈ ਕੇ ਗਏ ਜੀ। ਭਾਈ ਜੇਠਾ ਜੀ ਬੜੇ ਵੱਡੇ ਸੂਰਮੇ, ਭਾਈ ਲੰਗਾ ਜੀ, ਭਾਈ ਪਿਰਾਣਾ ਜੀ, ਪੰਚਮ ਪੈੜਾ ਸੰਗ ਪ੍ਰਾਣਾ। ਤੇ ਪੰਜਵੇਂ ਸਿੱਖ ਨੇ ਸਾਧ ਸੰਗਤ ਜੀ ਭਾਈ ਪੈੜਾ ਜੀ, ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪਿਰਾਣਾ ਜੀ ਤੇ ਭਾਈ ਪੈੜਾ ਜੀ। ਇਹ ਸਿੱਖ ਨਾਲ ਲਏ ਮਹਾਰਾਜ ਨੇ, 5 ਸਿੱਖ ਜੀ। ਹਾਂਜੀ। ਅਪਰ ਸਰਬਦੈ ਧੀਰਜ ਤਿਆਗੇ। ਮਾਤਾ ਗੰਗਾ ਜੀ ਨੂੰ ਧੀਰਜ ਦਿੱਤਾ ਮਹਾਰਾਜ ਨੇ। ਹੁਣ ਨਹੀਂ ਮਾਤਾ ਜੀ ਨੇ ਵੈਰਾਗ ਕੀਤਾ, ਕਿਉਂ? ਮਹਾਰਾਜ ਨੇ ਬਲ ਦੇਤਾ ਨਾ ਜੀ, ਅੰਦਰ ਧੀਰਜ ਦਿੱਤਾ। ਰਹੋ ਸੁਧਾਸਰ ਸੇਵਾ ਲਾਗੇ। ਆਪਣੀ ਨੌਂ ਨੂੰ ਧੀਰਜ ਦਿੱਤਾ, ਪਰਿਵਾਰ ਨੂੰ ਧੀਰਜ ਦਿੱਤਾ ਤੇ ਸਾਰਿਆਂ ਨੂੰ ਇੱਕੋ ਹੀ ਬਚਨ ਕੀਤਾ, ਭਾਈ ਅੰਮ੍ਰਿਤ ਸਰੋਵਰ ਤੇ ਹਰਿਮੰਦਰ ਸਾਹਿਬ ਦੀ ਸੇਵਾ ਕਰਿਓ। ਸਾਡੇ ਪਿੱਛੋਂ ਕਹਿਣ ਲੱਗੇ, ਇਹ ਕੰਮ ਕਰਿਓ ਕਹਿਣ ਲੱਗੇ। ਹਾਂਜੀ। ਸ਼੍ਰੀ ਹਰਗੋਬਿੰਦ ਸੰਗ ਸਦੀਵਾ। ਦਰਸ਼ਨ ਪਰਸੋ ਹਰਖ ਤਰੀਵਾ। ਪ੍ਰੇਮੀ ਸਿੱਖਾਂ ਨੂੰ ਆਖਿਆ, ਭਾਈ ਅਸੀਂ ਤੇ ਚੱਲੇ ਆ, ਸਾਡੇ ਪਿੱਛੋਂ ਹਰਗੋਬਿੰਦ ਜੀ ਦੇ ਨਾਲ ਮਿਲ ਕੇ ਰਿਓ ਕਹਿਣ ਲੱਗੇ। ਇਹਨਾਂ ਦੇ ਦਰਸ਼ਨ ਪਰਸਨ ਕਰਿਓ। ਹਾਂਜੀ। ਨਿਕਸ ਗ੍ਰਹਿ ਤੇ ਸਤਿਗੁਰ ਆਏ। ਮਹਾਰਾਜ ਗਰੀਬ ਨਵਾਜ ਆਪਣੇ ਘਰੋਂ ਤੁਰੇ ਜੀ, ਗੁਰੂ ਕੇ ਮਹਿਲੋਂ ਜੀ, ਪਾਲਕੀ ਸਾਹਿਬ 'ਚ ਗਏ ਸੁਧਾਸਰ ਕੋ ਦਰਸਾਏ। ਕਿਉਂ? ਹੁਣ ਜਿਹੜੀ ਚੀਜ਼ ਆਪ ਬਣਾਈ ਹੈ, ਹਰ ਇੱਕ ਬੰਦੇ ਦਾ ਉਹਦੇ ਨਾਲ ਮੋਹ ਹੁੰਦਾ, ਪਰ ਮਹਾਰਾਜ ਦਾ ਦਰਬਾਰ ਸਾਹਿਬ ਨਾਲ ਮੋਹ ਨਹੀਂ ਹੈ। ਮਹਾਰਾਜ ਪ੍ਰੇਮ ਕਰਦੇ ਹੈ। ਸਤਿਗੁਰੂ ਜੀ ਜਾਣ ਲੱਗਿਆਂ ਹਰਿਮੰਦਰ ਸਾਹਿਬ ਗਏ ਜੀ, ਦਰਸ਼ਨ ਕਰਨ ਵਾਸਤੇ ਜੀ। ਹਾਂਜੀ। ਪਿਤ ਥਲ ਜਾਣਤ ਭਾਓ ਵੱਡ ਧਾਰਾ। ਆਪਣੇ ਪਿਤਾ ਜੀ ਦਾ ਅਸਥਾਨ ਜਾਣ ਕੇ ਵੱਡੀ ਭਾਵਨਾ ਮਨ 'ਚ ਰੱਖ ਕੇ ਨਮਸਕਾਰ ਕੀਤੀ ਜੀ ਉੱਥੇ ਜੀ। ਨਾਲ ਸਿੱਖ ਨੇ, ਸੰਗਤਾਂ ਵੀ ਪਿੱਛੇ ਪਿੱਛੇ ਨੇ ਜੀ। ਨਮਸਕਾਰ ਕੀਨਸ ਦਰਬਾਰਾ। ਸੁੰਦਰ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਨਮਸਕਾਰ ਕੀਤੀ। ਆਪ ਜੀ ਵੀ ਕਰੋ, ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਵਾਹਿਗੁਰੂ। ਸਦਾ ਕੀਰਤਨ ਕੀ ਧੁਨ ਜਹਾਂ। ਸ਼੍ਰੀ ਹਰਿਮੰਦਰ ਸੁੰਦਰ ਮਹਾ। ਕਹਿੰਦੇ ਜਿੱਥੇ ਸਦਾ ਹੀ ਕੀਰਤਨ ਦੀਆਂ ਧੁਨੀਆਂ ਉੱਠਦੀਆਂ, ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਜੀ ਨੇ ਮੱਥਾ ਟੇਕਿਆ ਜੀ। ਜਾਣ ਤੋਂ ਪਹਿਲਾਂ ਜੀ, ਸ਼ਹੀਦੀ ਦੇਣ ਚੱਲੇ ਨਾ ਜੀ, ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕਿਆ ਜੀ। ਅੱਜ ਵੀ ਸਿਆਣੇ ਸਿੱਖ ਪਤਾ ਕੀ ਕਰਦੇ? ਜਦੋਂ ਕਿਤੇ ਪੰਜਾਬ ਤੋਂ ਬਾਹਰ ਜਾਣਾ ਹੋਵੇ ਜਾਂ ਕਿਤੇ ਦੇਸ਼ 'ਚੋਂ ਬਾਹਰ ਜਾਣਾ ਹੋਵੇ, ਉਹ ਪਹਿਲਾਂ ਹਰਿਮੰਦਰ ਸਾਹਿਬ ਜ਼ਰੂਰ ਮੱਥਾ ਟੇਕਦੇ ਆ ਜੀ। ਮਹਾਰਾਜ ਜੀ ਦੇ ਅਸਥਾਨ 'ਤੇ ਆ ਕੇ ਝੁਕਦੇ ਆ ਜੀ। ਹਾਂਜੀ। ਕਰੀ ਪਰਕਰਮਾ ਪਿਤਾ ਨੇ ਹੋਰੇ। ਮਹਾਰਾਜ ਗਰੀਬ ਨਵਾਜ ਜੀ ਨੇ ਪਰਕਰਮਾ ਕੀਤੀ, ਆਪਣੇ ਪਿਤਾ ਜੀ ਦਾ ਧਿਆਨ ਧਾਰ ਕੇ ਜੀ। ਵੇਖੋ ਚੱਲੇ ਆ ਸਰੀਰ ਕਰਕੇ। ਗੁਰੂ ਰਾਮਦਾਸ ਸਾਹਿਬ ਜੀ ਇੱਥੇ ਰਹੇ ਆ, ਬਖਸ਼ਿਸ਼ਾਂ ਕੀਤੀਆਂ, ਗੁਰੂ ਰਾਮਦਾਸ ਜੀ ਦਾ ਧਿਆਨ ਧਾਰਿਆ ਜੀ। ਧਰਿਓ ਧਿਆਨ ਬੰਦਤ ਕਰ ਜੋਰੇ। ਧਿਆਨ ਧਾਰ ਕੇ ਹੱਥ ਜੋੜ ਕੇ ਮੱਥਾ ਟੇਕਿਆ ਜੀ। ਸੰਗਤ ਜੀ ਧਿਆਨ ਦੀ ਬੜੀ ਖੇਡ ਹੈਗੀ ਆ ਜੀ। ਧਰੋ ਗੁਰੂ ਅਰਜਨ ਦੇਵ ਜੀ ਦਾ ਧਿਆਨ, ਆਖੋ ਧੰਨ ਗੁਰੂ ਅਰਜਨ ਦੇਵ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧਿਆਨ ਧਾਰ ਕੇ ਮੱਥਾ ਟੇਕਿਆ ਜੀ। ਨਿਕਸੇ ਵਹਿਰ ਪੰਥ ਤਿਸ ਪਰੇ। ਹੁਣ ਮਹਾਰਾਜ ਪੂਰੀ ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲੇ ਜੀ ਤੇ ਲਾਹੌਰ ਦੇ ਰਸਤੇ ਨੂੰ ਪੈਣ ਲੱਗੇ ਜੀ। ਲਵਪੁਰ ਦਿਸ਼ ਸਨਮੁਖ ਮੁਖ ਕਰੇ। ਲਾਹੌਰ ਵੱਲ ਨੂੰ ਮੁਖ ਕਰ ਲਿਆ ਸੱਚੇ ਪਾਤਸ਼ਾਹ ਜੀ ਨੇ ਜੀ। ਹਾਂਜੀ। ਸਿੱਖ ਸਕਲ ਜੁਤ ਹਰਗੋਬਿੰਦ। ਤੇ ਜਿੰਨੀਆਂ ਸੰਗਤਾਂ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਨਾ, ਸਾਰੇ ਮਹਾਰਾਜ ਨੂੰ ਦੂਰ ਤੱਕ ਛੱਡਣ ਚੱਲੇ ਨੇ ਜੀ। ਇੱਥੇ ਚੇਤਾ ਰੱਖਿਓ, ਇਹ ਹੈ ਉਲਟੀ ਗੰਗ ਵਹਾਏ ਓਨ ਦੁਨਿਆਈ ਆਖੈ ਕਿ ਕਿਉਂ ਨਾ। ਕੀ ਜੀ? ਆਮ ਤੌਰ ਤੇ ਜਿਹਦਾ ਕਤਲ ਹੋਣਾ ਉਹ ਘਰ 'ਚ ਹੁੰਦਾ, ਕਾਤਲ ਉਹਦੇ ਕੋਲ ਚੱਲ ਕੇ ਜਾਂਦਾ ਹੈ ਜੀ। ਤੇ ਗੁਰੂ ਅਰਜਨ ਸਾਹਿਬ ਆਪ ਸ਼ਹੀਦ ਹੋਣਾ ਤੇ ਆਪ ਖੁਦ ਕਾਤਲ ਦੇ ਕੋਲ ਚੱਲ ਕੇ ਚੱਲੇ ਆ ਜੀ। ਹਾਂਜੀ। ਵਿਦਾ ਹੇਤ ਗਮਨੇ ਨਰ ਬ੍ਰਿੰਦ। ਗੁਰੂ ਜੀ ਨੂੰ ਵਿਦਾ ਕਰਨ ਵਾਸਤੇ ਕਈ ਪੁਰਸ਼ ਨਾਲ ਚੱਲੇ। ਕਈਆਂ ਨੂੰ ਨਹੀਂ ਪਤਾ,
ਵੀ ਮਹਾਰਾਜ ਨੇ ਪਰਤ ਕੇ ਵਾਪਸ ਨਹੀਂ ਸਰੀਰ ਕਰਕੇ ਆਉਣਾ ਜੀ। ਹਾਂਜੀ। ਕਿਤਕ ਦੂਰ ਜਬ ਪਹੁੰਚੇ ਜਾਈ, ਕੁਝ ਕੁ ਦੂਰੀ ਕੁਝ ਕੁ ਕੋਹ ਤੱਕ ਗੁਰੂ ਸਾਹਿਬ ਦੇ ਮਗਰ ਮਗਰ ਸੰਗਤਾਂ ਗਈਆਂ। ਹਰਗੋਬਿੰਦ ਸਾਹਿਬ ਮਗਰ ਮਗਰ ਗਏ ਜੀ, ਬਾਬਾ ਬੁੱਢਾ ਸਾਹਿਬ ਜੀ ਮਗਰ ਮਗਰ ਗਏ ਜੀ। ਹਾਂਜੀ। ਖਰੇ ਭਏ ਸਤਿਗੁਰ ਸੁਖਦਾਈ, ਮਹਾਰਾਜ ਨੇ ਵੇਖਿਆ ਤੇ ਹੁਣ ਮਹਾਰਾਜ ਖਲੋ ਗਏ ਜੀ। ਸੁਖ ਦੇਣ ਵਾਲੇ ਸਤਿਗੁਰੂ ਮਹਾਰਾਜ ਉੱਥੇ ਖਲੋ ਗਏ ਜੀ। ਹਾਂਜੀ। ਸਭ ਕੋ ਕਹਿ ਨੀਕੇ ਉਪਦੇਸ਼, ਹੁਣ ਮਹਾਰਾਜ ਉੱਥੇ ਖਲੋ ਕੇ ਨਾ ਵਿਦਾ ਕਰਨ ਆਈਆਂ ਹੋਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਆ, ਉਹ ਸੁਣਿਓ ਜੀ। ਹਾਂਜੀ। ਸਿਮਰੋ ਸਤਿਗੁਰ ਹਰਹੁ ਕਲੇਸ਼, ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਸੰਗਤ ਜੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਿਆ ਕਰੋ, ਤੁਹਾਡੇ ਕਲੇਸ਼ ਦੂਰ ਹੋ ਜਾਣਗੇ ਸਾਰੇ। ਕਹਿਣ ਲੱਗੇ। ਹਾਂਜੀ। ਬੁੱਢਾ ਸਾਹਿਬ ਅਰ ਗੁਰਦਾਸ, ਬਾਬਾ ਬੁੱਢਾ ਸਾਹਿਬ ਜੀ ਲਾਗੇ ਖਲੋਤੇ ਆ, ਭਾਈ ਗੁਰਦਾਸ ਸਾਹਿਬ ਜੀ ਲਾਗੇ ਖਲੋਤੇ ਆ। ਇਨ ਜੁਤ ਸ਼੍ਰੀ ਹਰਗੋਬਿੰਦ ਪਾਸ, ਤੇ ਮਹਾਰਾਜ ਕਹਿਣ ਲੱਗੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਹਰਗੋਬਿੰਦ ਸਾਹਿਬ ਦੇ ਕੋਲ ਰਿਓ। ਕਹਿਣ ਲੱਗੇ। ਹਾਂਜੀ। ਰਹੋ ਸਦਾ ਧਰ ਗੁਰਮਤਿ ਆਛੇ, ਇਹਨਾਂ ਕੋਲੋਂ ਗੁਰੂ ਦੀ ਮੱਤ ਸਿੱਖਦੇ ਰਿਓ। ਸੰਗਤ ਦੀ ਭਾਵੇਂ ਕਿੱਡਾ ਵੀ ਗਿਆਨੀ ਧਿਆਨੀ ਕਿਉਂ ਨਾ ਹੋਵੇ, ਕਿਸੇ ਨਾ ਕਿਸੇ ਦੀ ਸੰਗਤ ਕਰੇ, ਗੁਰੂ ਦੀ ਮੱਤ ਪ੍ਰਵੇਸ਼ ਹੋਈ ਰਹਿੰਦੀ ਹੈ ਜੀ। ਕੱਲਾ ਬੰਦਾ ਤੇ ਸ਼ੈਤਾਨ ਦਾ ਘਰ ਹੈਗਾ ਜੀ। ਬੜੇ ਬੜੇ ਬੰਦੇ ਜਿਹੜੇ ਕੱਲੇ ਹੀ ਲੱਗੇ ਨਾ ਜੀ, ਕਿਤੇ ਵੀ ਨਹੀਂ ਪਹੁੰਚ ਸਕੇ ਜੀ। ਜਿਹੜੇ ਸੰਗ ਦੇ ਵਿੱਚ ਰਹਿੰਦੇ ਆ ਉਹ ਤਰੱਕੀ ਕਰ ਜਾਂਦੇ ਆ ਜੀ। ਜਿਹੜੇ ਸੰਗ 'ਚ ਰਹਿੰਦੇ ਆ, ਹਾਂਜੀ, ਉਹ ਤਰੱਕੀ ਕਰ ਜਾਂਦੇ ਜੀ। ਕਰੇਲਿਆਂ ਦੀ ਵੇਲ ਜਾ ਰਹੀ ਸੀਗੀ, ਉੱਚੀ ਜਾ ਰਹੀ ਸੀਗੀ ਜੀ, ਉਂਝ ਨਹੀਂ ਜਾਂਦੀ। ਉਹ ਰੁੱਖ ਨਾ ਬੰਨ੍ਹਤੀ ਤੋਂ ਤਾਂ ਜਾਈ ਜਾਵੇ ਜੀ। ਤੇ ਮੈਂ ਮਹਾਂਪੁਰਖਾਂ ਦੇ ਕੋਲ ਖਲੋਤਾ, ਕਹਿੰਦੇ ਗਿਆਨੀ ਜੀ ਇਹ ਸੰਗ ਦਾ ਅਸਰ ਹੈਗਾ। ਕਹਿਣ ਲੱਗੇ ਸੰਗ ਦੇ ਅਸਰ ਕਰਕੇ ਇਹ ਉੱਚੀ ਚਲੇਗੀ, ਉਂਝ ਇਹਨੇ ਉੱਚੀ ਨਹੀਂ ਜਾਣਾ। ਕਹਿਣ ਲੱਗੇ ਕਿਸੇ ਦੇ ਸੰਗ ਵਿੱਚ ਰਵੇ ਬੰਦਾ ਜੀ, ਬਚਿਆ ਰਹਿੰਦਾ ਜੀ। ਸੰਗਤ ਨੂੰ ਮਹਾਰਾਜ ਕਹਿਣ ਲੱਗੇ ਸੰਗ 'ਚ ਰਿਓ। ਬਾਬਾ ਬੁੱਢਾ ਜੀ ਦੇ, ਹਰਗੋਬਿੰਦ ਸਾਹਿਬ ਜੀ ਦੇ, ਭਾਈ ਗੁਰਦਾਸ ਜੀ ਦੇ ਸੰਗ 'ਚ ਰਿਓ, ਗੁਰਮਤਿ ਦੇ ਧਾਰਣੀ ਰਹੋਗੇ ਜੀ। ਕੱਲਾ ਬੰਦਾ ਤੇ ਸ਼ੈਤਾਨ ਦਾ ਘਰ ਹੁੰਦਾ ਜੀ। ਕੋਈ ਵਿਰਲਾ ਹੀ ਹੋਏਗਾ ਜਿਹੜਾ ਕੱਲਾ ਬਹਿ ਕੇ ਨਾਮ ਜਪਣ ਨੂੰ ਜੀ ਕਰੇਗਾ। ਸੰਗਤ ਵਿੱਚ ਬੈਠਿਆਂ ਤੇ ਜ਼ਬਰਦਸਤੀ ਜੀ ਕਰਦਾ ਜੀ ਬੰਦੇ ਦਾ। ਸੋ ਮਹਾਰਾਜ ਕਹਿੰਦੇ ਸੰਗ ਵਿੱਚ ਰਿਓ ਭਾਈ ਪਿਆਰਿਓ। ਹਾਂਜੀ। ਨਿਤ ਪ੍ਰਸੰਨ ਰੱਖੋ ਹਮ ਪਾਛੇ, ਤੇ ਸਾਡੇ ਪਿੱਛੋਂ ਇੱਕ ਦੂਜੇ ਨੂੰ ਖੁਸ਼ ਰੱਖਿਓ। ਕਹਿਣ ਲੱਗੇ ਬਾਬਾ ਬੁੱਢਾ ਜੀ ਨੂੰ, ਹਰਗੋਬਿੰਦ ਜੀ ਨੂੰ, ਸਾਰਿਆਂ ਨੂੰ ਖੁਸ਼ ਰੱਖਿਓ। ਕਹਿਣ ਲੱਗੇ ਕਿਨਹੂ ਆਗਿਆ ਭੰਗ ਨਾ ਕਰਨੀ, ਨਿਜ ਮਤ ਕੀਜੈ ਇਸ ਅਨੁਸਰਨੀ। ਹਰਗੋਬਿੰਦ ਜੀ ਦੀ ਆਗਿਆ ਨਾ ਭੰਗ ਕਰਿਓ। ਕਹਿਣ ਲੱਗੇ ਇਹਨਾਂ ਦੇ ਅਨੁਸਾਰ ਰਿਓ, ਜਿਵੇਂ ਕਹਿਣਗੇ ਉਵੇਂ ਮੰਨਿਓ ਇਹਨਾਂ ਦੀ ਗੱਲ। ਹਰਗੋਬਿੰਦ ਕੋ ਪੁਨਹ ਸੁਨਾਈ, ਹੁਣ ਸਾਰੀ ਸੰਗਤ ਨੂੰ ਕਿਹਾ ਵੀ ਹਰਗੋਬਿੰਦ ਜੀ ਦੇ ਅਨੁਸਾਰ ਚੱਲਿਓ। ਤੇ ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਕੀ ਆਖਿਆ? ਹਾਂਜੀ। ਅਦਬ ਰੱਖੋ ਨਿਤ ਬੁੱਢਾ ਭਾਈ। ਹਰਗੋਬਿੰਦ ਜੀ ਤੁਸੀਂ ਬਾਬਾ ਬੁੱਢਾ ਜੀ ਦੇ ਅਨੁਸਾਰ ਰਹਿਣਾ। ਕਹਿਣ ਲੱਗੇ ਤੁਸੀਂ ਬਾਬਾ ਜੀ ਦੇ ਅਨੁਸਾਰ ਰਹਿਣਾ। ਸਾਰੀ ਸੰਗਤ ਗੁਰੂ ਹਰਗੋਬਿੰਦ ਸਾਹਿਬ ਦੇ ਅਨੁਸਾਰ ਰਹੇਗੀ, ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਜੀ ਦੇ ਅਨੁਸਾਰ ਰਹਿਣਗੇ। ਕਹਿਣ ਲੱਗੇ ਇਹਨਾਂ ਦਾ ਸਤਿਕਾਰ ਕਰਨਾ। ਮੈਂ ਇੱਕ ਗੁਰਮੁਖਾਂ ਦੇ ਮੁਖੋਂ ਸੁਣਿਆ, ਕਹਿੰਦੇ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤਾ ਸੀ, ਹਰਗੋਬਿੰਦ ਜੀ ਬਾਬਾ ਬੁੱਢਾ ਸਾਹਿਬ 32 ਦੰਦਾਂ ਵਿੱਚੋਂ ਜੋ ਕਹਿ ਦੇਣ ਸਮਝਿਓ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੋ ਗਿਆ। ਕਹਿਣ ਲੱਗੇ ਇੰਨਾ ਵੱਡਾ ਸਤਿਕਾਰ ਬਾਬਾ ਬੁੱਢਾ ਸਾਹਿਬ ਜੀ ਦਾ ਜੀ। ਹਾਂਜੀ। ਜਿਮ ਆਗਿਆ ਦੇ ਤੈਸੇ ਰਹਿਣਾ, ਜਿਵੇਂ ਬਾਬਾ ਜੀ ਆਗਿਆ ਕਰਨਗੇ ਨਾ ਉਵੇਂ ਤੁਸੀਂ ਰਹਿਣਾ। ਆਖੋ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਬਾਬਾ ਬੁੱਢਾ ਸਾਹਿਬ ਜੀ। ਹਾਂਜੀ। ਨਹਿ ਇਨਕੇ ਸਨਮੁਖ ਕਬ ਕਹਿਣਾ, ਕਦੀ ਬਾਬਾ ਬੁੱਢਾ ਜੀ ਦੇ ਸਾਹਮਣੇ ਅੜਨਾ ਨਹੀਂ, ਇਹਨਾਂ ਦੇ ਅੱਗੇ ਉੱਚੀ ਨਹੀਂ ਬੋਲਣਾ। ਹਾਂਜੀ। ਦੋਹਰਾ
ਸੁਨ ਸ਼੍ਰੀ ਅਰਜਨ ਕੇ ਬਚਨ, ਬੁੱਢਾ ਆਦ ਜੇ ਦਾਸ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਸਿੱਖ ਜਿਹੜੇ ਆ, ਹਾਂਜੀ, ਯੁੱਤ ਸ਼੍ਰੀ ਹਰਗੋਬਿੰਦ ਕੇ ਬੰਦ ਚਰਨ ਸੁਖ ਰਾਸ। ਤੇ ਸਾਰੇ ਗੁਰੂ ਹਰਗੋਬਿੰਦ ਸਾਹਿਬ ਸਮੇਤ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਣ ਲੱਗੇ। ਬਾਬਾ ਬੁੱਢਾ ਜੀ ਗੁਰੂ ਅਰਜਨ ਸਾਹਿਬ ਦੇ ਰੱਜ ਕੇ ਦਰਸ਼ਨ ਕਰਦੇ ਆ। ਕਿਉਂ? ਉਹਨਾਂ ਨੂੰ ਪਤਾ ਮੁੜ ਮਹਾਰਾਜ ਦੇ ਸਰੀਰ ਦੇ ਦਰਸ਼ਨ ਨਹੀਂ ਹੋਣੇ ਜੀ। ਭਾਈ ਗੁਰਦਾਸ ਜੀ ਨੂੰ ਸਾਰੀ ਗੱਲ ਦਾ ਪਤਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਹੈ। ਤੇ ਪਿਆਰਿਓ, ਗੁਰੂ ਅਰਜਨ ਦੇਵ ਜੀ ਦਾ ਦਾੜਾ ਉਸ ਸਮੇਂ ਕਾਲਾ ਸੀਗਾ ਸਾਰਾ ਜੀ। 42 ਸਾਲਾਂ ਦੀ ਉਮਰ ਕਿੰਨੀ ਕੁ ਹੁੰਦੀ ਹੈ ਜੀ ਕਿਤੇ, ਹਾਂਜੀ। ਚੌਪਈ ਬਾਰ ਬਾਰ ਕਰ ਬਿਨੈ ਕਨੇਰੀ, ਹਟਬੇ ਚਹਿਤ ਨਹੀਂ ਤਿਸ ਬੇਰੀ। ਮਹਾਰਾਜ ਉਹਨਾਂ ਨੂੰ ਕਹਿੰਦੇ ਚੰਗਾ ਹੁਣ ਤੁਸੀਂ ਚੱਲੋ ਅੰਮ੍ਰਿਤਸਰ ਨੂੰ ਚੱਲੋ। ਸੰਗਤਾਂ ਕਹਿੰਦੀਆਂ ਮਹਾਰਾਜ ਤੁਹਾਨੂੰ ਥੋੜਾ ਜਿਹਾ ਹੋਰ ਅੱਗੇ ਕਰ ਆਈਏ। ਮਹਾਰਾਜ ਕਹਿੰਦੇ ਨਹੀਂ, ਚੱਲੋ ਪਿੱਛੇ ਚੱਲੋ। ਹਾਂਜੀ। ਸ਼੍ਰੀ ਅਰਜਨ ਕਹਿ ਕਰ ਬਹੁ ਬਾਰੀ, ਬਰ ਬਸਵਰ ਹਟਨ ਹਟਾਏ ਪਛਾਰੀ। ਮਹਾਰਾਜ ਨੇ ਬਾਰ-ਬਾਰ ਕਹਿ ਕੇ ਸੰਗਤਾਂ ਨੂੰ, ਬਾਬਾ ਜੀ ਨੂੰ, ਸਾਰਿਆਂ ਨੂੰ ਮਗਰ ਤੋਰਿਆ, ਨਹੀਂ ਤੇ ਸਾਰੇ ਨਾਲ ਹੀ ਤੁਰਦੇ ਜਾ ਰਹੇ ਸੀਗੇ ਜੀ। ਹਾਂਜੀ। ਆਪਣੀ ਜੋਤ ਪੁੱਤਰ ਮੈਂ ਧਾਰੀ, ਗੁਰ ਅਸ਼ੋਕ ਤਬ ਚੱਲੇ ਅਗਾਰੀ। ਗੱਜ ਕੇ ਆਖੋ ਸੰਗਤ ਜੀ, ਗੱਜ ਕੇ ਆਖੋ ਵਾਹਿਗੁਰੂ। ਭਾਈ ਸੰਤੋਖ ਸਿੰਘ ਲਿਖਦੇ, ਆਪਣੀ ਜੋਤ ਪੁੱਤਰ ਮਹਿ ਧਾਰੀ, ਆਪਣੀ ਨਿੱਜੀ ਜੋਤ ਬਖਸ਼ਿਸ਼ ਸ਼ਕਤੀ ਆਪਣੇ ਪੁੱਤਰ ਵਿੱਚ ਧਾਰਨ ਕੀਤੀ। ਗੁਰ ਅਸ਼ੋਕ ਤਬ ਚਲੇ ਅਗਾਰੀ। ਅਸ਼ੋਕ ਗੁਰੂ, ਅਸ਼ੋਕ ਪਤਾ ਕਿਹਨੂੰ ਕਹਿੰਦੇ? ਜਿਹਨੂੰ ਕਿਸੇ ਚੀਜ਼ ਦਾ ਸ਼ੌਕ ਸੋਗ ਹੋਵੇ ਹੀ ਨਾ ਜੀ, ਝੋਰਾ ਹੋਵੇ ਹੀ ਨਾ ਜੀ। ਆਮ ਬੰਦੇ ਨੂੰ ਝੋਰਾ ਹੋਏਗਾ ਵੀ ਲਾਹੌਰ ਜਾ ਕੇ ਮੇਰੀ ਸ਼ਹਾਦਤ ਹੋ ਜਾਏਗੀ, ਪਰ ਗੁਰੂ ਜੀ ਨੂੰ ਤੇ ਇਸ ਗੱਲ ਦਾ ਵੀ ਝੋਰਾ ਨਹੀਂ ਹੈਗਾ ਜੀ। ਦੋ ਬੰਦੇ ਵਿਛੜ ਰਹੇ ਆ, ਵਿਛੜਨ ਲੱਗਿਆ ਹੰਝੂ ਬਾਹਰ ਨਿਕਲ ਜਾਂਦੇ ਆ, ਸੋਗ ਲੱਗਦਾ। ਗੁਰੂ ਜੀ ਨੂੰ ਸੋਗ ਨਹੀਂ ਹੈਗਾ ਕਿਸੇ ਚੀਜ਼ ਦਾ ਜੀ। ਹਾਂਜੀ। ਪਠਿਓ ਸਿੱਖ ਇੱਕ ਗੋਇੰਦਵਾਲ। ਉੱਥੋਂ ਮਹਾਰਾਜ ਨੇ ਇੱਕ ਸਿੱਖ ਗੋਇੰਦਵਾਲ ਸਾਹਿਬ ਭੇਜਿਆ ਜੀ। ਇਹ ਗੱਲ ਧਿਆਨ ਨਾਲ ਸੁਣਿਓ। ਪਹੁੰਚੋ ਆਜ ਤਹਾਂ ਮਗ ਚਾਲ। ਮਹਾਰਾਜ ਕਹਿਣ ਲੱਗੇ ਪਿਆਰਿਆ, ਅੱਜ ਹੀ ਗੋਇੰਦਵਾਲ ਸਾਹਿਬ ਪਹੁੰਚਣਾ ਹੀ ਕਹਿਣ ਲੱਗੇ। ਹਾਂਜੀ। ਮਿਲਹੋ ਅਰਥ ਮਲ ਕੋ ਤੁਮ ਜਾਏ। ਉੱਥੇ ਸਾਡਾ ਭਰਾ ਰਹਿੰਦਾ ਹੈ ਬਾਬਾ ਅਰਥ ਮਲ ਕਹਿਣ ਲੱਗੇ, ਉਹਨੂੰ ਮਿਲਣਾ ਜਾ ਕੇ। ਹਾਂਜੀ। ਲਵਪੁਰ ਗਮਨੈ ਦੇਹੋ ਸੁਨਾਏ। ਉਹਨੂੰ ਇਹ ਕਹਿ ਦੀ ਸਾਡੇ ਵੱਲੋਂ ਅਸੀਂ ਲਾਹੌਰ ਜਾ ਰਹੇ ਹਾਂ। ਹਾਂਜੀ। ਹੋਤ ਪ੍ਰਾਤ ਕੇ ਸੋ ਚਲ ਆਵਹਿ। ਦਿਨ ਚੜ੍ਹਦਿਆਂ ਕੱਲ ਤੱਕ ਉਹ ਵੀ ਉੱਥੇ ਪਹੁੰਚ ਜਾਵੇ, ਲਾਹੌਰ ਪਹੁੰਚ ਜਾਵੇ। ਹਮ ਕੋ ਮਿਲਹਿ ਮੋਦ ਉਪਜਾਵੈ। ਤੇ ਸਾਨੂੰ ਮਿਲ ਕੇ ਖੁਸ਼ ਹੋ ਲਵੇ। ਹਾਂਜੀ। ਸੁਨਤ ਸਿੱਖ ਉਤਲਾਵਤ ਧਾਵਾ। ਉਹ ਸਿੱਖ ਦੌੜ ਕੇ ਗਿਆ, ਸੰਗਤ ਜੀ ਗੋਇੰਦਵਾਲ ਸਾਹਿਬ ਪਹੁੰਚਿਆ। ਹਾਂਜੀ। ਸੰਧਿਆ ਹੋਤ ਪੁਰੀ ਪ੍ਰਿਸ਼ਰਾਵਾ। ਸ਼ਾਮ ਹੋਣ ਤੱਕ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਿਆ ਜੀ ਉਹ। ਹਾਂਜੀ। ਮਿਲਿਓ ਅਰਥ ਮਲ ਕੋ ਕਰ ਨਮੋ। ਉੱਥੇ ਜਾ ਕੇ ਗੁਰੂ ਅਮਰਦਾਸ ਜੀ ਦੇ ਪੋਤਰੇ ਬਾਬਾ ਅਰਥ ਮਲ ਜੀ ਨੂੰ ਉਹ ਮਿਲਿਆ, ਨਮਸਕਾਰ ਕੀਤੀ। ਹਾਥ ਜੋੜ ਬੈਠਿਓ ਤਿਹ ਸਮੋ। ਹੱਥ ਜੋੜ ਕੇ ਨਮਸਕਾਰ ਕੀਤੀ ਉਹਨੇ ਤੇ ਬਾਬਾ ਜੀ ਨਾਲ ਗੱਲ ਸ਼ੁਰੂ ਕੀਤੀ ਜੀ। ਸ਼੍ਰੀ ਸਤਿਗੁਰੂ ਕੋ ਦੀਨ ਸੰਦੇਸਾ। ਬਾਬਾ ਜੀ ਮੈਂ ਗੁਰੂ ਜੀ ਦਾ ਸੰਦੇਸ਼ਾ ਲੈ ਕੇ ਆਇਆ। ਹਾਂਜੀ। ਤੁਮ ਕੋ ਸਿਮਰਨ ਕੀਨ ਵਿਸ਼ੇਸ਼ਾ। ਪਤਾ ਨਹੀਂ ਕੀ ਗੱਲ, ਤੁਰਨ ਲੱਗਿਆ ਮਹਾਰਾਜ ਨੇ ਤੁਹਾਡਾ ਨਾਮ ਲਿਆ, ਕਹਿਣ ਲੱਗੇ ਤੁਹਾਡਾ ਨਾਮ ਲਿਆ ਮਹਾਰਾਜ ਨੇ, ਤੁਹਾਨੂੰ ਯਾਦ ਕਰਦੇ ਮਹਾਰਾਜ। ਲਵਪੁਰ ਕੋ ਗਮਨੇ ਜਿਸ ਕਾਲ। ਮੋਕੋ ਕਰਤਾ ਗੀਦ ਵਿਸਾਲ। ਮੈਨੂੰ ਤਾਕੀਦ ਕੀਤੀ, ਹੁਕਮ ਕੀਤਾ ਜਦੋਂ ਮਹਾਰਾਜ ਲਾਹੌਰ ਨੂੰ ਤੁਰੇ। ਹਾਂਜੀ। ਪ੍ਰਾਤ ਚੜਾਵੋ ਤਿਨ ਕੋ ਜਾਏ। ਵੀ ਕੱਲ ਸਵੇਰੇ ਹੀ ਤੁਸੀਂ ਲਾਹੌਰ ਨੂੰ ਤੁਰ ਪੈਣਾ ਤੇ ਛੇਤੀ ਲਾਹੌਰ ਪਹੁੰਚ ਜਾਓ। ਸੁਨ ਆਗਿਆ ਮੈਂ ਆਇਓ ਧਾਏ। ਮੈਂ ਮਹਾਰਾਜ ਦਾ ਹੁਕਮ ਸੁਣ ਕੇ ਤੁਰੰਤ ਹੀ ਤੁਹਾਡੇ ਕੋਲ ਆਇਆ ਬਾਬਾ ਜੀ। ਕੱਲ ਸਵੇਰ ਹੁੰਦਿਆਂ ਹੀ ਤੁਸੀਂ ਲਾਹੌਰ ਨੂੰ ਤੁਰ ਪਾਓ, ਗੁਰੂ ਅਰਜਨ ਦੇਵ ਜੀ ਦਾ ਹੁਕਮ ਹੋ ਗਿਆ। ਹੁਣ ਵੇਖ ਲਓ, ਇਹੋ ਜਿਹੇ ਸਮੇਂ ਬਾਬਾ ਅਰਥ ਮਲ ਜੀ ਨੂੰ ਸੱਦਿਆ। ਇਹਦਾ ਮਤਲਬ ਬਾਬਾ ਅਰਥ ਮਲ ਜੀ ਦਾ ਕੋਈ ਖਾਸ ਪਿਆਰ ਹੈ ਮਹਾਰਾਜ ਨਾਲ ਜੀ।
ਇਹੋ ਜਿਹੇ ਸਮੇਂ ਉਹਨਾਂ ਦਾ ਚੇਤਾ ਆਉਂਦਾ ਜਿਹੜੇ ਬੜਾ ਹੀ ਪਿਆਰ ਕਰਦੇ ਆ ਜੀ। ਹਾਂਜੀ। ਇਮ ਕਹਿ ਬਾਕ ਸੁਨੇ ਬਿਸਮਾਨੇ। ਬਾਬਾ ਅਰਥਮਲ ਜੀ ਸੁਣ ਕੇ ਹੈਰਾਨ ਹੋ ਗਏ ਵੀ ਇੱਕਦਮ ਹੀ ਲਾਹੌਰ ਨੂੰ ਚਾਲਾ ਪਾਤਾ, ਦੱਸਿਆ ਵੀ ਨਹੀਂ ਕਿਸੇ ਨੂੰ। ਕਾਰਨ ਕੌਣ ਕਰਤ ਅਨੁਮਾਨੇ। ਤੇ ਬਾਬਾ ਜੀ ਅੰਦਾਜ਼ੇ ਜੇ ਲਾਉਣ ਲੱਗ ਪਏ ਮਨ ਵਿੱਚ ਵੀ ਕੀ ਕਾਰਨ ਹੋ ਸਕਦਾ ਹੈ, ਕੀ ਗੱਲ ਹੈ। ਸ੍ਰੀ ਗੁਰ ਅਮਰ ਅੰਸ ਮਿਲ ਸਾਰੇ, ਸਿੱਖ ਸੋ ਬੂਝਤ ਕਰਤ ਵਿਚਾਰੇ। ਉਹ ਗੁਰੂ ਅਮਰਦਾਸ ਜੀ ਦਾ ਸਾਰਾ ਹੀ ਪਰਿਵਾਰ, ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ, ਭਾਈ ਬਾਬਾ ਅਰਥਮਲ ਜੀ, ਭਾਈ ਆਨੰਦ ਜੀ, ਸਾਰੇ ਹੀ ਇਕੱਠੇ ਹੋ ਗਏ ਜੀ। ਪੁੱਛਦੇ ਸਿੱਖਾ ਗੱਲ ਕੀ ਹੈ, ਇੱਕਦਮ ਹੀ ਮਹਾਰਾਜ ਲਾਹੌਰ ਨੂੰ ਤੁਰ ਪਏ। ਹਾਂਜੀ। ਸੁਨਿਓ ਜੋ ਸ਼ਾਹ ਪਠਿਓ ਪਰਵਾਨਾ। ਤੇ ਸਿੱਖ ਦੱਸਦਾ ਵੀ ਬਾਦਸ਼ਾਹ ਦਾ ਕੋਈ, ਬਾਦਸ਼ਾਹ ਦੀ ਚਿੱਠੀ ਆਈ ਸੀ ਕੋਈ ਜਹਾਂਗੀਰ ਦੀ। ਯਾ ਤੇ ਚਿਤ ਮੈਂ ਚਿੰਤ ਮਹਾਨਾ। ਉਹ ਹੁਣ ਸੰਗਤਾਂ ਨੂੰ ਆਨੰਦਪੁਰ ਵਾਹਿਗੁਰੂ ਗੋਇੰਦਵਾਲ ਸਾਹਿਬ ਵਾਲਿਆਂ ਨੂੰ ਸੁਣ ਕੇ ਚਿੰਤਾ ਵੱਧ ਗਈ ਵੀ ਕੀ ਗੱਲ ਹੋ ਸਕਦੀ ਹੈ ਇੱਕਦਮ। ਹਾਂਜੀ। ਕਰ ਹੈ ਸ਼ਤਰੁਤਾ ਮੂਰਖ ਚੰਦੂ। ਇਹ ਵੀ ਪਤਾ ਵੀ ਮੂਰਖ ਚੰਦੂ ਜਿਹੜਾ ਉਹ ਮਹਾਰਾਜ ਨਾਲ ਉਹਦੀ ਵਿਗੜੀ ਹੋਈ ਹੈ ਜੀ। ਹਾਂਜੀ। ਬਿਨ ਦੋਸ਼ਨ ਦੇ ਦੋਸ਼ ਬਿਲੰਦੂ। ਬਿਨਾਂ ਕਿਸੇ ਕਾਰਨ ਤੋਂ ਗੁਰੂ ਜੀ ਦੇ ਮੱਥੇ ਤੇ ਉਹ ਦੋਸ਼ ਮੜਦਾ ਹੈ। ਹਾਂਜੀ। ਬਹੁਤ ਵਿਚਾਰਤ ਨਿਸਾ ਬਿਤਾਈ। ਉਹ ਰਾਤ ਕਿੱਥੋਂ ਨੀਂਦ ਆਉਣੀ ਸੀਗੀ ਜੀ ਉਹਨਾਂ ਨੂੰ, ਸਾਰੀ ਰਾਤ ਵਿਚਾਰ ਹੀ ਕਰਦੇ ਰਹੇ ਵੀ ਕੀ ਗੱਲ ਬਣ ਗਈ, ਮਹਾਰਾਜ ਕਿਉਂ ਚਲੇ ਗਏ ਸੱਚੇ ਪਾਤਸ਼ਾਹ। ਚੱਲਿਓ ਅਰਥਮਲ ਪਿਖ ਅਨੁਰਾਈ। ਲਓ ਜੀ ਰਾਤ ਸੁੱਤੇ ਨਹੀਂ ਬਾਬਾ ਅਰਥਮਲ ਜੀ, ਸੋਚਾਂ ਸੋਚਦਿਆਂ ਹੀ ਦਿਨ ਚੜ੍ਹ ਗਿਆ ਜੀ। ਵੇਖਿਆ ਦਿਨ ਚੜ੍ਹ ਗਿਆ, ਬਾਬਾ ਅਰਥਮਲ ਜੀ ਤੁਰ ਪਏ ਜੀ। ਹਾਂਜੀ। ਇਤ ਸ਼੍ਰੀ ਅਰਜਨ ਗੁਰ ਤਿਹ ਸਮੋ। ਉਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਜ ਸਿੱਖਾਂ ਦੇ ਨਾਲ ਰਾਮਦਾਸ ਪੁਰ ਕੋ ਕਰ ਨਮੋ। ਅੰਮ੍ਰਿਤਸਰ ਨੂੰ ਨਮਸਕਾਰ ਕਰਕੇ ਸਨੇ ਸਨੇ ਮਗ ਮੈਂ ਪ੍ਰਸਥਾਨੇ। ਤੇ ਹੌਲੀ ਹੌਲੀ ਲਾਹੌਰ ਦੇ ਰਸਤੇ ਤੇ ਪੈ ਗਏ ਜੀ। ਡੇਰੋ ਕਰ ਜਾਮਨ ਗੁਜ਼ਰਾਨੇ। ਇੱਕ ਰਾਤ ਰਸਤੇ ਵਿੱਚ ਸਤਿਗੁਰੂ ਜੀ ਨੇ ਪੜਾਅ ਕੀਤਾ। ਲਾਹੌਰ ਜਾਣ ਵਾਸਤੇ ਰਾਤ ਇੱਕ ਰੁਕਣਾ ਪੈਂਦਾ ਸੀਗਾ ਜੀ। ਹਾਂਜੀ। ਭਾਈ ਪ੍ਰਾਤ ਹੋਏ ਕਰ ਅਸਵਾਰ। ਸਵੇਰ ਹੋਈ, ਮਹਾਰਾਜ ਅੱਗੋਂ ਫਿਰ ਅੱਗੇ ਤੁਰ ਪਏ ਜੀ। ਪਹੁੰਚਤ ਭੇਲ ਲਵਪੁਰੀ ਮਝਾਰ। ਤੇ ਸੱਚੇ ਪਾਤਸ਼ਾਹ ਲਾਹੌਰ ਦੇ ਵਿੱਚ ਪਹੁੰਚੇ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਇੱਕ ਸੱਧੂ ਸਿੱਖ ਗੁਰਮੁਖ ਮਹਾ। ਹੁਣ ਉੱਥੇ ਲਾਹੌਰ ਵਿੱਚ ਇੱਕ ਸਿੱਖ ਰਹਿੰਦਾ ਜਿਹਦਾ ਨਾਮ ਹੈ ਭਾਈ ਸੱਧੂ ਜੀ। ਕੀ ਨਾਮ ਹੈ? ਹਾਂਜੀ। ਕਰਤ ਪ੍ਰਤੀਖਨ ਬਾਸੇ ਤਹਾਂ। ਉਹ ਮਹਾਰਾਜ ਨੂੰ ਬੜੇ ਚਿਰ ਦਾ ਉਡੀਕ ਰਿਹਾ ਸੀਗਾ ਜੀ। ਹਾਂਜੀ। ਦੀਨ ਆਹੋ ਮੈਂ ਦੀਨਨ ਦਿਆਲਾ। ਭਾਈ ਸੱਧੂ ਦਿਨ ਰਾਤ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਬੇਨਤੀਆਂ ਕਰਦਾ ਹੁੰਦਾ ਸੀ, ਸੱਚੇ ਪਾਤਸ਼ਾਹ ਮੈਂ ਗਰੀਬ ਜਿਹਾ ਬੰਦਾ ਹੈਗਾ ਮਹਾਰਾਜ। ਹਾਂਜੀ। ਪਿੱਖੋਂ ਭਗਤ ਕੇ ਭਾਓ ਵਿਸਾਲਾ। ਪਰ ਮੈਨੂੰ ਪਤਾ ਤੁਸੀਂ ਅਮੀਰੀ ਗਰੀਬੀ ਨਹੀਂ ਵੇਖਦੇ, ਤੁਸੀਂ ਪ੍ਰੇਮ ਵੇਖਦੇ ਹੋ, ਪਿਆਰ ਵੇਖਦੇ ਹੋ। ਮਮ ਘਰ ਨਿਸਾ ਬਾਸ ਜੇ ਕਰਹੀ। ਇਹ ਸੱਚੇ ਪਾਤਸ਼ਾਹ ਮੇਰੀ ਇੱਛਾ ਹੈ ਇੱਕ ਰਾਤ ਮੇਰੇ ਘਰ ਵੀ ਰਹੋ ਮਹਾਰਾਜ। ਵੇਖੋ ਮਾਫ ਕਰਿਓ, ਬੜੇ ਗਰੀਬ ਬੰਦੇ ਆਪਣੇ ਮਨ 'ਚ ਬਹੁਤ ਕੁਝ ਸੋਚ ਕੇ ਬੈਠੇ ਹੁੰਦੇ ਆ ਜੀ, ਬਹੁਤ ਕੁਝ ਸੋਚ ਕੇ ਬੈਠੇ ਹੁੰਦੇ ਆ। ਕਈ ਵਾਰੀ ਉਹ ਮੂੰਹੋਂ ਨਹੀਂ ਕਹਿੰਦੇ, ਸੰਗਤ ਜੀ ਉਹ ਮਨ ਹੀ ਮਨ ਵਿੱਚ ਸੋਚ ਕੇ ਬੈਠੇ ਹੁੰਦੇ ਆ ਜੀ। ਭਾਈ ਸੱਧੂ ਮਨ ਹੀ ਮਨ 'ਚ ਦਿਨ ਰਾਤ ਅਰਦਾਸਾਂ ਕਰਦਾ, ਸੱਚੇ ਪਾਤਸ਼ਾਹ ਹੈ ਤੇ ਮੈਂ ਗਰੀਬ ਹਾਂ, ਕਿਤੇ ਮੇਰੇ ਘਰ ਵੀ ਰਾਤ ਰਹਿ ਸਕਦੇ ਤੁਸੀਂ। ਆ ਹੁਣ ਤੇ ਟ੍ਰੈਂਡ ਹੀ ਮੁੱਕ ਗਿਆ ਨਾ, ਕੋਈ ਕਿਸੇ ਨੂੰ ਰਾਤ ਰੱਖ ਕੇ ਖੁਸ਼ ਨਹੀਂ ਹੈਗਾ ਆਪਣੇ ਘਰ ਦੀ। ਪਹਿਲੇ ਸਮੇਂ ਵਿੱਚ ਘਰਦਿਆਂ ਦੇ, ਰਿਸ਼ਤੇਦਾਰਾਂ ਦੇ, ਜਿਵੇਂ ਵੀ ਹੋਣਾ, ਬੜੇ ਚਾਅ ਨਾਲ ਰਾਤ ਰੱਖ ਕੇ ਸੇਵਾ ਕਰਨੀ ਜੀ। ਹੁਣ ਨਹੀਂ ਹੈ ਜੀ, 2 ਘੰਟੇ ਲਈ ਜਾਓ, ਉਸੇ ਵੇਲੇ ਵਾਪਸ ਆ ਜਾਓ ਜੀ। ਭਾਈ ਸੱਧੂ ਮਹਾਰਾਜ ਨੂੰ ਦਿਨ ਰਾਤ ਬੇਨਤੀਆਂ ਕਰਦਾ ਜੀ। ਹਾਂਜੀ। ਸਰਬ ਸੇਵ ਠਾਨੋ ਨਿਜ ਕਰਹੀ। ਸਾਰੀ ਸੇਵਾ ਮਹਾਰਾਜ ਮੈਂ ਆਪਣੇ ਹੱਥਾਂ ਨਾਲ ਕਰਾਂਗਾ,
ਸੱਚੇ ਪਾਤਸ਼ਾਹ ਮੇਰੇ ਘਰ ਆਓ ਗਰੀਬ ਨਵਾਜ। ਹਾਂਜੀ। ਕਰਨ ਆਹਾਰ ਆਦ ਜੇ ਸੇਵਾ ਕਰਵਾਵਹਿ ਮੋਤੇ ਗੁਰਦੇਵਾ। ਮਹਾਰਾਜ ਮੇਰੇ ਭਾਗਾਂ 'ਚ ਵੀ ਲਿਖਿਆ ਮੈਂ ਆਪਣੇ ਹੱਥਾਂ ਨਾਲ ਤੁਹਾਨੂੰ ਪ੍ਰਸ਼ਾਦਾ ਛਕਾਵਾਂ। ਮਹਾਰਾਜ ਮੇਰੇ ਨਾਲ ਵੀ ਐਸਾ ਹੋ ਸਕਦਾ। ਹਾਂਜੀ। ਬਾਨੋ ਕਿਰਤਾਰਥ ਪੂਰਹਿ ਆਸਾ। ਇਹ ਮਹਾਰਾਜ ਮੈਂ ਨਿਹਾਲ ਹੋ ਜਾਵਾਂਗਾ, ਮੇਰੀ ਇਹ ਆਸ ਪੂਰੀ ਕਰ ਦਿਓ। ਮਨ 'ਚ ਅਰਦਾਸਾਂ ਕਰਦਾ ਜੀ। ਚੇਤਾ ਰੱਖਿਓ, ਮੂੰਹ ਦੀ ਅਰਦਾਸ ਭਾਵੇਂ ਪ੍ਰਵਾਨ ਹੋਵੇ ਨਾ ਹੋਵੇ, ਮਨ ਦੀ ਜ਼ਰੂਰ ਹੋ ਜਾਂਦੀ ਜੇ ਜੀ। ਮਨੋਂ ਅੰਦਰੋਂ ਬੰਦਾ ਸੱਚਾ ਹੋਵੇ ਜੀ। ਹਾਂਜੀ। ਸਿਮਰਤ ਸਤਿਗੁਰ ਧਰ ਪਰਵਾਸਾ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਰੋਸਾ ਰੱਖ ਕੇ ਦਿਨ ਰਾਤ ਯਾਦ ਕਰਦਾ ਜੀ। ਟਾਈਮ ਤੇ ਕਈ ਵਾਰੀ ਲੱਗ ਜਾਂਦਾ, ਪਰ ਚੇਤਾ ਰੱਖਿਓ ਜਦੋਂ ਫਿਰ ਗੁਰੂ ਜੀ ਮਿਹਰਾਂ ਕਰਦੇ ਨਾ, ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਹੀ ਕੱਢ ਦਿੰਦੇ ਆ ਜੀ। ਕਈ ਵਾਰੀ ਸਮਾਂ ਲੱਗ ਜਾਂਦਾ ਜੀ। ਹਾਂਜੀ। ਨਿਸ ਦਿਨ ਜਿਸ ਕੇ ਉਰ ਮਨ ਲਾਗੀ। ਦਿਨ ਰਾਤ ਜਿਹਦੇ ਮਨ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਪ੍ਰੇਮ ਹੈ, ਲਿਵ ਹੈ ਜੀ। ਹਾਂਜੀ। ਮੈਂ ਕਿਹ ਸਮੇਂ ਬਨੋ ਵੱਡ ਭਾਗੀ। ਇੱਕੋ ਹੀ ਗੱਲ ਭਾਈ ਸੱਧੂ ਸੋਚਦਾ ਰਹਿੰਦਾ ਵੀ ਮੈਂ ਕਦੋਂ ਭਾਗਾਂ ਵਾਲਾ ਬਣਾਂਗਾ। ਹਾਂਜੀ। ਕੀਰਤਨ ਮੇਲ ਕਰਤ ਬਹੁ ਤੇਰਾ, ਹਿਰਦੇ ਪ੍ਰਤੀਖਤ ਸਾਂਝ ਸਵੇਰਾ। ਸੋ ਦਿਨ ਰਾਤ ਹੀ ਭਾਈ ਸੱਧੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦਾ ਹੈ। ਕਰਨ ਕਾਮਨਾ ਪੂਰਨ ਤਾਹੀ, ਸਭ ਤਜ ਗਏ ਸਿੱਖ ਘਰ ਮਾਹੀ। ਸੰਗਤ ਜੀ ਬੜੇ ਬੜੇ ਅਮੀਰ ਸਿੱਖ ਰਹਿੰਦੇ ਲਾਹੌਰ ਦੇ ਵਿੱਚ ਜੀ, ਸਤਿਗੁਰੂ ਜੀ ਦੇ ਜੀ। ਪਰ ਭਾਈ ਸੱਧੂ ਜੀ ਦੀ ਭਾਵਨਾ ਪੂਰੀ ਕਰਨ ਵਾਸਤੇ ਮਹਾਰਾਜ ਸਾਰਿਆਂ ਨੂੰ ਛੱਡ ਕੇ ਭਾਈ ਸੱਧੂ ਜੀ ਦੇ ਘਰ ਜਾਣ ਦਾ ਫੁਰਨਾ ਬਣਾਇਆ ਮਹਾਰਾਜ ਨੇ ਜੀ। ਵੀ ਭਾਈ ਸੱਧੂ ਦਿਨ ਰਾਤ ਸਾਨੂੰ ਯਾਦ ਕਰਦਾ ਹੈ। ਹਾਂਜੀ। ਨੀਚ ਊਚ ਕੀ ਪਰਖ ਨਾ ਕੋਈ। ਮਹਾਰਾਜ ਨੀਵਾਂ ਉੱਚਾ ਨਹੀਂ ਕੁਝ ਵੀ ਵੇਖਦੇ, ਪ੍ਰੇਮ ਵੇਖਦੇ ਸੱਚੇ ਪਾਤਸ਼ਾਹ। ਹਾਂਜੀ। ਪ੍ਰੇਮ ਬਿਲੋਕਤ ਹਰ ਗੁਰ ਸੋਈ। ਕਹਿੰਦੇ ਰੱਬ ਤੇ ਗੁਰੂ ਪ੍ਰੇਮ ਹੀ ਵੇਖਦੇ ਆ। ਗੱਜ ਕੇ ਆਖੋ ਵਾਹਿਗੁਰੂ। ਪਰਮੇਸ਼ਰ ਨੇ ਵੇਖਣਾ ਹੈ ਮੇਰੇ ਨਾਲ ਪਿਆਰ ਕਿੰਨਾ ਕਰਦਾ ਹੈ। ਸਤਿਗੁਰੂ ਨੇ ਵੀ ਇਹੋ ਹੀ ਵੇਖਣਾ ਹੈ, ਇਹ ਮੇਰੇ ਨਾਲ ਪ੍ਰੇਮ ਕਿੰਨਾ ਕੁ ਕਰਦਾ ਹੈ, ਪਿਆਰ ਕਿੰਨਾ ਇਹਦਾ ਮੇਰੇ ਨਾਲ। ਪੈਸੇ ਬਹੁਤ ਲੋਕ ਚੜਾ ਲੈਂਦੇ ਆ, ਦਿਲੋਂ ਪ੍ਰੇਮ ਕਰਨ ਵਾਲੇ ਸੰਗਤ ਜੀ ਜਿਹੜੇ ਹੁੰਦੇ ਆ, ਗੱਲ ਉਹਨਾਂ ਦੀ ਪਹੁੰਚਦੀ ਉੱਥੋਂ ਤੱਕ ਜੀ। ਹਾਂਜੀ। ਦੋਹਰਾ ਸਾਧੂ ਸਿੱਖ ਸਭਾਰਜਾ, ਪ੍ਰੇਮ ਕਰੇ ਮਨ ਮਾਹੇ। ਹੁਣ ਭਾਈ ਸੱਧੂ ਤੇ ਭਾਈ ਸੱਧੂ ਦੀ ਪਤਨੀ ਦਿਨ ਰਾਤ ਪ੍ਰੇਮ 'ਚ ਹੀ ਰਹਿੰਦੇ ਮਹਾਰਾਜ ਦੇ ਜੀ। ਹਾਂਜੀ। ਸ਼੍ਰੀ ਅਰਜਨ ਸਭ ਜਾਣ ਕਰ, ਪਹੁੰਚੇ ਤਿਸ ਘਰ ਮਾਹੇ। ਕਮਾਲ ਦੀ ਗੱਲ ਹੈ, ਸ਼ਹੀਦੀ ਦੇਣ ਜਾ ਰਹੇ ਆ, ਪਰ ਇਹੋ ਜਿਹੇ ਸਮੇਂ ਵਿੱਚ ਵੀ ਆਪਣੇ ਪ੍ਰੇਮੀ ਦਾ ਪ੍ਰੇਮ ਪੂਰਾ ਕਰ ਰਹੇ ਆ ਮਹਾਰਾਜ। ਪ੍ਰੇਮ ਪੂਰਾ ਕਰ ਰਹੇ ਮਹਾਰਾਜ। ਉਹਨਾਂ ਦੇ ਘਰ ਵਿੱਚ ਪਹੁੰਚੇ ਜੀ। ਉਸ ਸਮੇਂ ਜਦੋਂ ਮਹਾਰਾਜ ਘਰ 'ਚ ਪਹੁੰਚੇ, ਕੀ ਮਾਹੌਲ ਸੀ ਸੁਣਿਓ। ਹਾਂਜੀ। ਚੌਪਈ ਹੇਰ ਆਨੰਦ ਰੂਪ ਗੁਰ ਕੇਰਾ। ਭਾਈ ਸੱਧੂ ਜੀ ਨੇ ਆਪਣੇ ਦਰਵਾਜ਼ੇ ਨੂੰ ਜਦੋਂ ਖੋਲ੍ਹਿਆ ਤੇ ਕੀ ਵੇਖਿਆ, ਬਾਹਰ ਆਪ ਪ੍ਰਤੱਖ ਰੱਬ ਪਰਮੇਸ਼ਰ ਗੁਰੂ ਅਰਜਨ ਦੇਵ ਜੀ ਪੰਜਾਂ ਸਿੱਖਾਂ ਦੇ ਸਮੇਤ ਖਲੋਤੇ ਹੋਏ ਨੇ ਜੀ। ਸਤਿਗੁਰੂ ਜੀ ਦਾ ਆਨੰਦ ਦੇਣ ਵਾਲੇ ਸਰੂਪ ਦੇ ਦਰਸ਼ਨ ਕਰਕੇ ਬੰਦਨ ਕਰੀ ਚਰਨ ਤਿਸ ਬੇਰਾ। ਬਸ ਫਿਰ ਕੀ ਡਿੱਗ ਹੀ ਪਏ ਜੀ ਮਹਾਰਾਜ ਦੇ ਚਰਨਾਂ ਤੇ। ਸਤਿਗੁਰੂ ਜੀ ਦੇ ਚਰਨਾਂ ਤੇ ਸਿਰ ਰੱਖਿਆ, ਨਮਸਕਾਰ ਕੀਤੀ। ਘਟ ਘਟ ਕੇ ਨਿਤ ਅੰਤਰ ਜਾਮੀ। ਪ੍ਰੇਮੀ ਬੰਦਾ ਡਿੱਗ ਹੀ ਪੈਂਦਾ ਜੀ ਅੱਗੇ ਜੀ ਚਰਨਾਂ 'ਚ ਜੀ। ਜਿਹਦੇ ਮਨ 'ਚ ਪ੍ਰੇਮ ਨਹੀਂ ਨਾ ਜੀ, ਉਹਦੇ ਲਈ ਹੱਥ ਜੋੜ ਕੇ ਐਂ ਕਰਨਾ ਵੀ ਔਖਾ ਹੈਗਾ ਜੀ। ਮਹਾਰਾਜ ਦੇ ਚਰਨਾਂ 'ਚ ਹੀ ਡਿੱਗ ਗਿਆ ਜੀ। ਕਹਿਣ ਲੱਗਾ ਮਹਾਰਾਜ, ਮਹਾਰਾਜ ਤੁਸੀਂ ਵਾਕਈ ਦਿਲਾਂ ਦੀਆਂ ਜਾਣਦੇ ਹੋ ਮਹਾਰਾਜ। ਹਾਂਜੀ। ਦਾਸ ਕਾਮਨਾ ਪੁਰਵੋ ਸੁਆਮੀ। ਮਹਾਰਾਜ ਤੁਸੀਂ ਆਪਣੇ ਸੇਵਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਹੋ। ਹਾਂਜੀ। ਧਨੀ ਸਿੱਖ ਧਰਮਸ਼ਾਲਾ ਸ਼ੋਰ। ਇੰਨੇ ਅਮੀਰ ਸਿੱਖ ਨੇ ਲਾਹੌਰ ਵਿੱਚ, ਮੈਂ ਤੇ ਬਹੁਤਾ ਹੀ ਗਰੀਬ ਜਿਹਾ ਬੰਦਾ ਹੈਗਾ ਮਹਾਰਾਜ। ਹਾਂਜੀ। ਉਰਕੀ ਲੱਖ ਆਏ ਮੁਰ ਔਰ। ਸੱਚੇ ਪਾਤਸ਼ਾਹ ਇੰਨੇ ਅਮੀਰ ਸਿੱਖਾਂ ਨੂੰ ਛੱਡ ਕੇ ਮੇਰੇ ਗਰੀਬ ਦੇ ਘਰ ਆਏ, ਮੇਰੀ ਭਾਵਨਾ ਪੂਰੀ ਕਰਨ ਵਾਸਤੇ। ਮੈਂ ਕਿਹੜੇ ਮੁਖ ਨਾਲ ਤੁਹਾਡਾ ਧੰਨਵਾਦ ਕਰਾਂ।
ਹਾਂਜੀ। ਦੀਨ ਬੰਧ ਯਾਹੀ ਤੇ ਕਹੈ। ਭਾਈ ਸੱਧੂ ਨੂੰ ਅੰਦਰ ਸੱਦਣ ਦਾ ਚੇਤਾ ਹੀ ਭੁੱਲਿਆ ਜੀ ਮਹਾਰਾਜ ਨੇ ਜੀ। ਦਰਵਾਜ਼ੇ 'ਚ ਹੀ ਖਲੋਤਾ ਕਹੀ ਜਾਂਦਾ, ਮਹਾਰਾਜ ਐਵੇਂ ਥੋੜ੍ਹੀ ਤੁਹਾਨੂੰ ਦੀਨ ਬੰਧੂ ਕਹਿੰਦੇ ਆ, ਐਵੇਂ ਥੋੜ੍ਹੀ ਤੁਹਾਨੂੰ ਗਰੀਬ ਨਵਾਜ਼ ਕਹਿੰਦੇ ਆ। ਹਾਂਜੀ। ਪ੍ਰੇਮ ਬਸੀ ਤੁਮ ਕੋ ਸਭ ਲਹੈ। ਸਭ ਨੂੰ ਪਤਾ ਹੈ ਤੁਸੀਂ ਪ੍ਰੇਮ ਬਸੀ ਹੋ, ਪ੍ਰੇਮ ਦੇ ਵਸ ਹੋ। ਹਾਥ ਜੋਰ ਬਹੁ ਉਸਤਤ ਕਰਕੇ। ਹੱਥ ਜੋੜ ਕੇ ਭਾਈ ਸੱਧੂ ਨੇ ਸਤਿਗੁਰੂ ਜੀ ਦੀ ਬੜੀ ਸਿਫਤ ਕੀਤੀ, ਵਡਿਆਈ ਕੀਤੀ। ਤਰੇ ਉਤਾਰੇ ਉਰ ਮੁੱਦ ਭਰ ਕੇ। ਤੇ ਮਾਰਨ ਨੂੰ ਹੇਠਾਂ ਉਤਾਰਿਆ ਜੀ ਸਵਾਰੀ ਤੋਂ। ਬੜਾ ਖੁਸ਼, ਬੜਾ ਚਾਅ ਤੇ ਬੜਾ ਬੈਰਾਗ ਜੀ। ਹਾਂਜੀ। ਲੇਕਰ ਗਇਓ ਸਦਨ ਕੇ ਅੰਦਰ। ਤੇ ਫਿਰ ਅੰਦਰ ਘਰ ਦੇ ਵਿੱਚ ਲੈ ਕੇ ਗਿਆ ਜੀ। ਗਰੀਬ ਸੀ, ਛੋਟਾ ਘਰ ਸੀਗਾ ਜੀ ਉਹਦਾ। ਹਾਂਜੀ। ਨੌ ਤਨ ਪਲੰਗ ਡਸਾਇਓ ਸੁੰਦਰ। ਫਿਰ ਵੀ ਜਿਹੜਾ ਇਹਦੇ ਘਰ 'ਚ ਪਲੰਘਾ ਵਧੀਆ ਪਿਆ ਸੀ ਨਾ ਨਵਾਂ, ਉਹ ਪਲੰਘਾ ਡਾਇਆ ਜੀ। ਕੋਈ ਤਿਆਰੀ ਥੋੜ੍ਹੀ ਕੀਤੀ, ਪਤਾ ਹੀ ਨਹੀਂ ਵੀ ਗੁਰੂ ਅਰਜਨ ਸਾਹਿਬ ਨੇ ਆ ਜਾਣਾ ਜੀ। ਹਾਂਜੀ। ਆਸਤਰਨ ਤੇ ਉੱਪਰ ਛਾਏ। ਪਲੰਘੇ ਦੇ ਉੱਤੇ ਵਸਤਰ ਵਿਛਾਏ ਜੀ। ਹਾਂਜੀ। ਕਰ ਬਿਨਤੀ ਸਤਿਗੁਰੂ ਬਿਠਾਏ। ਤੇ ਬੇਨਤੀ ਕਰਕੇ ਮਹਾਰਾਜ ਨੂੰ ਬਿਠਾਇਆ, ਸੱਚੇ ਪਾਤਸ਼ਾਹ ਇੱਥੇ ਬੈਠੋ। ਹਾਂਜੀ। ਜਥਾ ਸ਼ਕਤ ਕਰ ਅਪਰ ਫਰਸ਼ ਕੋ। ਹੋਰ ਜਿੰਨੀ ਉਹਦੀ ਪਹੁੰਚ ਸੀ, ਜ਼ਿਆਦਾ ਵਧੀਆ ਕੱਪੜੇ ਨਹੀਂ ਸੀ ਹੈਗੇ, ਜਿੰਨੀ ਪਹੁੰਚ ਸੀ ਉਹ ਉਸ ਹਿਸਾਬ ਨਾਲ ਵਿਛਾਈ ਕੀਤੀ ਜੀ। ਸਿੱਖ ਬਿਠਾਏ ਧਾਰ ਹਰਸ਼ ਕੋ। ਤੇ 5 ਸਿੱਖਾਂ ਨੂੰ ਬੜੇ ਪ੍ਰੇਮ ਨਾਲ ਬਿਠਾਇਆ। ਬਾਬਾ ਬਿਧੀ ਚੰਦ ਜੀ ਨਾਲ ਨੇ, ਬਾਬਾ ਜੇਠਾ ਜੀ, ਬਾਬਾ ਲੰਗਾ ਜੀ, ਬਾਬਾ ਪੈੜਾ ਜੀ ਤੇ ਬਾਬਾ ਪਿਰਾਣਾ ਜੀ, 5 ਨੂੰ ਬਿਠਾਇਆ ਜੀ। ਹਾਂਜੀ। ਔਰ ਸਰਬ ਸੇਵਾ ਕਰ ਨੀਕੇ। ਹਾਂਜੀ। ਚਰਨ ਪਖਾਰਤ ਭਾ ਸਭ ਹੀ ਕੇ। ਤੇ ਫਿਰ ਨਾ ਜੀ ਸਤਿਗੁਰੂ ਜੀ ਦੇ ਚਰਨ ਵੀ ਧਵਾਏ ਤੇ ਸਿੱਖਾਂ ਦੇ ਚਰਨ ਵੀ ਧਵਾਏ ਜੀ, ਸੇਵਾ ਕੀਤੀ ਜੀ। ਹਾਂਜੀ। ਸ਼੍ਰੀ ਸਤਿਗੁਰ ਕੇ ਚਰਨ ਪਖਾਰੇ। ਸ਼੍ਰੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਧਵਾਏ ਜੀ। ਚਰਨਾਮ੍ਰਿਤ ਕੁਟੰਬ ਮੁਖ ਡਾਰੇ। ਤੇ ਜਿਹੜਾ ਮਹਾਰਾਜ ਦਾ ਚਰਨਾਂ ਦਾ ਜਲ ਸੀ ਨਾ, ਉਹ ਆਪਣੇ ਵੀ ਮੁਖ 'ਚ ਪਾਇਆ, ਆਪਣੇ ਟੱਬਰ ਪਰਿਵਾਰ ਦੇ ਮੁਖ 'ਚ ਵੀ ਪਾਇਆ ਜੀ। ਇਹ ਅਰਥ 'ਚ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਸਤਿਗੁਰ ਕੇ ਚਰਨ ਧੋਏ ਧੋਏ ਪੀਵਾ। ਮਹਾਰਾਜ ਜੀ ਦੇ ਚਰਨ ਧੋ ਕੇ ਜਲ ਜਿਹੜਾ ਉਹ ਆਪਣੇ ਮੁਖ 'ਚ ਪਾਇਆ, ਆਪਣੇ ਪਰਿਵਾਰ ਨੂੰ ਛਕਾਇਆ ਜੀ। ਹਾਂਜੀ। ਸਰਬ ਸਦਨ ਮੈਂ ਸ਼ਿਰਕਨ ਕੀਨਸ। ਉਹ ਜਲ ਸਾਰੇ ਘਰ 'ਚ ਛਿੱਟਾ ਦਿੱਤਾ ਜੀ ਉਸ ਜਲ ਦਾ ਜੀ। ਹੁਣ ਨਾਸਤਕ ਕਹੇਗਾ ਇਹ ਕਿ ਉਹਨਾਂ ਮੂਰਖਾਂ ਨੂੰ ਕੀ ਪਤਾ ਇਸ ਪ੍ਰੇਮ ਦਾ ਜੀ। ਹਾਂਜੀ। ਭਇਓ ਨਿਹਾਲ ਅਧਿਕ ਫਲ ਲੀਨਸ। ਸਿੱਖੀ ਨੂੰ ਪ੍ਰਾਪਤ ਹੋਇਆ, ਬੜਾ ਵੱਡਾ ਫਲ ਪ੍ਰਾਪਤ ਹੋਇਆ ਜੀ ਉਹਨੂੰ। ਹਾਂਜੀ। ਸਭ ਵਿਧ ਕੀ ਸੁਚਤਾ ਸਭ ਕਰੀ। ਹਰ ਪ੍ਰਕਾਰ ਨਾਲ ਸੁਚਤਾ ਕਰਕੇ ਨਾ ਜੀ ਉਹਨੇ, ਸੁਚ ਮਰਿਆਦਾ ਦੇ ਨਾਲ। ਲੇਪਨ ਆਦ ਰਸੋਈ ਧਰੀ। ਤੇ ਪਹਿਲਾਂ ਆਪਣੀ ਰਸੋਈ ਸਾਫ਼ ਕੀਤੀ। ਸੰਗਤ ਜੀ ਚੇਤਾ ਰੱਖਿਓ ਕਿ ਇਹ ਗੁਰਸਿੱਖ ਨੂੰ ਪ੍ਰਸ਼ਾਦਾ ਛਕਾਉਣਾ, ਪਹਿਲਾਂ ਆਪਣੀ ਰਸੋਈ ਸਾਫ਼ ਕਰਿਆ ਕਰੋ, ਰਸੋਈ ਸਾਫ਼ ਕਰਿਆ ਕਰੋ। ਇਹ ਨਹੀਂ ਵੀ ਮੈਲੇ ਕਚੈਲੇ ਭਾਂਡੇ ਜੀ, ਉਹਨਾਂ ਭਾਂਡਿਆਂ ਦੇ ਵਿੱਚ ਪਾਣੀ ਵਰਤੀ ਗਏ, ਉਹੋ ਹੀ ਅੱਗੇ ਵਰਤਾਈ ਗਏ ਜੀ, ਉਹੋ ਹੀ ਚੱਕਲਾ ਤੇ ਉਹੋ ਹੀ ਵੇਲਣਾ ਤੇ ਉਂਝ ਹੀ ਮੈਲ ਕਚੈਲ ਹੀ ਸਾਰੀ ਜੀ। ਸੁਚਤਾ ਧਾਰਨ ਰੱਖਿਆ ਕਰੋ, ਬੜੀ ਲੋੜ 'ਚ ਇਸ ਚੀਜ਼ ਦੀ। ਉਸ ਸਮੇਂ ਰਸੋਈ 'ਚ ਪੋਚਾ ਫੇਰਿਆ ਜਾਂਦਾ ਸੀ ਗੋਹੇ ਦਾ ਜੀ, ਉਹ ਸਾਰਾ ਕੁਝ ਉਹਨੇ ਕੀਤਾ ਜੀ। ਹਾਂਜੀ। ਭੋਜਨ ਕਰਨ ਹਾਰ ਇਸ਼ਨਾਨੇ। ਫਿਰ ਘਰ ਵਾਲੀ ਨੇ ਇਸ਼ਨਾਨ ਕੀਤਾ ਜੀ ਭੋਜਨ ਬਣਾਉਣ ਵਾਸਤੇ। ਮਰਿਆਦਾ ਸਿੱਖ ਲਓ, ਹੈ ਤਾਂ ਗਰੀਬ ਪਰ ਮਰਿਆਦਾ ਉਹਦੀ ਪੂਰੀ ਜੇ ਜੀ। ਸਤਿਗੁਰੂ ਜੀ ਵਾਸਤੇ ਭੋਜਨ ਬਣਾਉਣਾ, ਇਸ਼ਨਾਨ ਕੀਤਾ ਜੀ ਉਹਨੇ। ਸੁੱਚ ਸੋ ਨੀਰ ਨਇਓ ਭਰ ਆਨੇ। ਤੇ ਭਾਈ ਸੱਧੂ ਨੇ ਨਵਾਂ ਤਾਜ਼ਾ ਪਾਣੀ ਭਰ ਕੇ ਲਿਆਂਦਾ ਜੀ ਬਾਹਰੋਂ ਜੀ। ਹਾਂਜੀ। ਬਾਸਨ ਸਕਲ ਮਾਂਜ ਕਰ ਬ੍ਰਿੰਦ। ਸਾਰੇ ਭਾਂਡੇ ਕਬੱਡਿਓ ਮਾਂਜੇ ਜੀ ਚੰਗੀ ਤਰ੍ਹਾਂ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਜਿਹੜੀ ਮੈਂ ਬੇਨਤੀ ਕੀਤੀ ਨਾ ਜੀ, ਭਾਂਡਾ ਤੁਹਾਨੂੰ ਪਤਾ ਮਾਂਜਿਆ ਵਾ, ਗੁਰਸਿੱਖ ਨੂੰ ਪ੍ਰਸ਼ਾਦਾ ਛਕਾਉਣਾ, ਫਿਰ ਇੱਕ ਵਾਰੀ ਧੋ ਲਓ ਜੀ ਉਹਨੂੰ ਜੀ। ਸਾਰੇ ਭਾਂਡੇ ਦੁਬਾਰਾ ਮਾਂਜੇ। ਪਾਵਨਤਾ ਕਰ ਤਬੈ ਬਿਲੰਦ। ਨਾ ਪਵਿੱਤਰਤਾ ਕੀਤੀ ਜੀ, ਕਿਉਂ ਬੰਦਾ ਭੁੱਲਣਾ ਆ ਰਿਹਾ ਜੀ। ਗੁਰੂ ਜੀ ਲਈ ਸੁਚਤਾ ਚਾਹੀਦੀ ਹੈ ਜੀ।
ਹਾਂਜੀ। ਸੁੰਦਰ ਅੰਨ ਚੂਨ ਗੋਧੂਮ। ਕਣਕ ਦਾ ਆਟਾ ਲਿਆਂਦਾ ਜੀ ਫਿਰ ਜੀ। ਉਹਨਾਂ ਸਮਿਆਂ 'ਚ ਕਣਕ ਦਾ ਆਟਾ ਬੜੀ ਖਾਸ ਚੀਜ਼ ਸੀਗੀ ਜੀ। ਹਾਂਜੀ। ਸੂਖਮ ਚਾਵਰ ਧਰ ਸੁਧ ਭੂਮ। ਨਰਮ ਬਾਸਮਤੀ ਦੇ ਚੌਲ ਲੈ ਕੇ ਆਂਦੇ ਜੀ ਉਹਨੇ ਜੀ। ਹਾਂਜੀ। ਪਾਹਤ ਬਣਾਈ ਡਾਰ ਮਸਾਲੇ। ਤੇ ਦਾਲ ਬਣਾਈ ਜੀ, ਦਾਲ ਜੀ ਮਸਾਲੇ ਪਾ ਕੇ ਜੀ। ਹਾਂਜੀ। ਪਾਇਸ ਪਾਕ ਕੀਨ ਬਿਦ ਨਾਲੇ। ਬੜੇ ਪਵਿੱਤਰ ਤਰੀਕੇ ਦੇ ਨਾਲ ਦੁੱਧ ਪਾ ਕੇ ਖੀਰ ਬਣਾਈ ਜੀ ਉਹਨੇ ਜੀ। ਹਾਂਜੀ। ਘ੍ਰਿਤ ਸੋ ਮੇਲ ਬਣਾਇਓ ਨੀਕੋ। ਤੇ ਫਿਰ ਸਾਰਾ ਕੁਝ ਕਰਕੇ ਨਾ ਜੀ ਵਿੱਚ ਘਿਓ ਪਾਇਆ ਜੀ। ਹਾਂਜੀ। ਕਰ ਤਿਆਰੀ ਭੋਜਨ ਸਭ ਹੀ ਕੋ। ਤੇ ਸੰਗਤ ਜੀ ਤਿਆਰੀ ਕੀਤੀ ਭੋਜਨ ਪ੍ਰਸ਼ਾਦੇ ਦੀ ਜੀ। ਹਾਂਜੀ। ਬਹੁ ਦੀਪਕ ਸਗਰੇ ਘਰ ਕਰੇ। ਵਾਹ ਜੀ ਵਾਹ, ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਸੱਧੂ ਨੂੰ ਪਤਾ ਥੋੜੀ ਹੈ ਵੀ ਮਹਾਰਾਜ ਸ਼ਹੀਦੀ ਦੇਣ ਵਾਸਤੇ ਆਏ ਆ। ਭਾਈ ਸੱਧੂ ਜੀ ਨੇ ਗੁਰੂ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ ਘਰ ਵਿੱਚ ਦੀਵੇ ਜਗਾਏ ਆ ਜੀ। ਹੈ ਤੇ ਗਰੀਬ ਹੈ, ਚਾਅ ਬੜਾ ਹੈ ਜੀ। ਹਾਂਜੀ। ਚੌਂਕੀ ਨਈ ਡਸਾਈ ਤਰੇ। ਨਵੀਂ ਚੌਂਕੀ ਲਿਆ ਕੇ ਆਂਦੀ ਤੇ ਉਹ ਡਵਾਈ ਜੀ। ਹਾਂਜੀ। ਹਾਥ ਜੋੜ ਆਗੇ ਹੋਏ ਖਰੋ। ਹੱਥ ਜੋੜ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕੀਤੀ। ਕਹਿਓ ਗੁਰੂ ਜੀ ਭੋਜਨ ਕਰੋ। ਹੇ ਸੱਚੇ ਪਾਤਸ਼ਾਹ, ਹੇ ਗਰੀਬਾਂ ਦੀਆਂ ਆਸਾਂ ਪੂਰੀਆਂ ਕਰਨ ਵਾਲੇ ਸਤਿਗੁਰੂ ਮਹਾਰਾਜ, ਗਰੀਬ ਵੱਲੋਂ ਭੋਜਨ ਤਿਆਰ ਕੀਤਾ ਗਿਆ, ਮਹਾਰਾਜ ਉਹ ਛਕੋ। ਹਾਂਜੀ। ਉਠਤ ਸੁਨੇ ਲਖ ਪ੍ਰੇਮ ਕਨੇਰਾ। ਮਹਾਰਾਜ ਨੇ ਸੁਣਿਆ ਭਾਈ ਸੱਧੂ ਦੇ ਮਨ 'ਚ ਬਹੁਤਾ ਹੀ ਪ੍ਰੇਮ ਹੈ। ਮਹਾਰਾਜ ਪਲੰਘੇ ਤੋਂ ਉੱਠੇ ਜੀ। ਚੌਂਕੀ ਪਰ ਬੈਠੇ ਤਿਸ ਬੇਰਾ। ਤੇ ਸੱਚੇ ਪਾਤਸ਼ਾਹ ਚੌਂਕੀ ਉੱਤੇ ਬੈਠੇ ਜੀ। ਹਾਂਜੀ। ਪ੍ਰਿਥਕ ਪ੍ਰਿਥਕ ਕਰ ਥਾਲ ਭਰੋਸਾ। ਸਿੱਖਾਂ ਅੱਗੇ ਵੀ ਥਾਲ ਰੱਖਿਆ ਜੀ। ਸਤਿਗੁਰੂ ਜੀ ਨੂੰ ਵੀ ਥਾਲ ਵਿੱਚ ਪ੍ਰਸ਼ਾਦਾ ਛਕਾਇਆ ਜੀ। ਭਖੈ ਭੋਜ ਲੇਹਜ ਅਰ ਚੌਸਾ। ਭਖ ਚੱਬਣ ਵਾਲੇ, ਦਾਣੇ ਹੋਰ ਚੂਸਣ ਵਾਲੇ, ਜਿਹੋ ਜਿਹੇ ਵੀ ਪ੍ਰਸ਼ਾਦਾ ਪਾਣੀ ਤਿਆਰ ਸੀ, ਫਲ ਸੀਗੇ, ਸੱਚੇ ਪਾਤਸ਼ਾਹ ਜੀ ਅੱਗੇ ਰੱਖੇ ਜੀ। ਹਾਂਜੀ। ਤੁਰਸ਼ ਮਧੁਰ ਅਰ ਤਿਕਲ ਸਲਾਉਣ। ਇਹ 6 ਰਸ ਨੇ, ਖੱਟਾ, ਮਿੱਠਾ, ਲੂਣਾ, ਸਲਾਉਣਾ, ਇਸ ਤਰ੍ਹਾਂ ਦੇ ਰਸ ਨੇ। ਹਰ ਤਰ੍ਹਾਂ ਦੇ ਰਸ ਵਾਲਾ ਭੋਜਨ ਮਹਾਰਾਜ ਅੱਗੇ ਰੱਖਿਆ ਜੀ। ਆਗੇ ਧਰਿਓ ਗੁਰੂ ਕੇ ਤਾਉਨ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਅੱਗੇ ਰੱਖਿਆ। ਹਾਥ ਜੋੜ ਸਨ ਮੁਖ ਰਹਿ ਖਰੋ। ਗਰੀਬ ਸਿੱਖ ਭਾਈ ਸੱਧੂ ਆਪ ਹੱਥ ਜੋੜ ਕੇ ਲਾਗੇ ਖਲੋ ਗਿਆ ਜੀ। ਚਾਹਤ ਹੁਕਮ ਸੋ ਸੇਵਾ ਕਰੋ। ਮਨ 'ਚ ਫੁਰਨਾ ਵੀ ਮਹਾਰਾਜ ਮੈਨੂੰ ਹੁਕਮ ਕਰਨ ਤੇ ਮੈਂ ਸੇਵਾ ਕਰਾਂ ਛੇਤੀ ਛੇਤੀ। ਸੇਵਾ ਵਾਲੇ ਨਾ ਜੀ ਤਤਪਰ ਰਹਿੰਦੇ ਆ ਜੀ। ਉਹਨਾਂ ਦੇ ਚਾਅ ਹੁੰਦਾ ਜੀ। ਤੇ ਜਿਹਦੇ ਅੰਦਰ ਚਾਅ ਨਹੀਂ ਹੁੰਦਾ ਉਹ ਲੁਕਦਾ ਫਿਰਦਾ ਜੀ ਵੀ ਕਿਤੇ ਮੈਨੂੰ ਕੁਝ ਕਹਿ ਨਾ ਦੇਣ ਜੀ ਗਏ। ਹਾਂਜੀ। ਸਿੱਖ ਸਹਿਤ ਸੋ ਕਰਿਓ ਆਹਾਰੇ। ਮਹਾਰਾਜ ਗਰੀਬ ਨਵਾਜ ਜੀ ਨੇ ਆਪਣੇ ਸਿੱਖਾਂ ਸਮੇਤ ਫਿਰ ਭੋਜਨ ਛਕਿਆ ਜੀ, ਪ੍ਰਸ਼ਾਦਾ ਛਕਿਆ। ਵੇਖ ਲਓ, ਲੋੜ ਨਹੀਂ ਹੈ ਕਿਸੇ ਚੀਜ਼ ਦੀ, ਪਰ ਭਾਈ ਸੱਧੂ ਦੀ ਆਸਾ ਮਨਸਾ ਵਿੱਚੇ ਹੀ ਨਾ ਰਹਿ ਜੇ, ਇਸ ਕਰਕੇ ਮਹਾਰਾਜ ਪਹਿਲਾਂ ਭਾਈ ਸੱਧੂ ਦੀ ਭਾਵਨਾ ਪੂਰੀ ਕਰਨ ਦੇ। ਇਹੋ ਜਿਹੇ ਨੇ ਸਾਡੇ ਸਤਿਗੁਰੂ, ਸ਼ਹੀਦ ਹੋਣ ਵਾਸਤੇ ਜਾ ਰਹੇ ਆ ਪਰ ਪਹਿਲਾਂ ਆਪਣੇ ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰ ਰਹੇ ਨੇ ਜੀ। ਹਾਂਜੀ। ਤ੍ਰਿਪਤ ਭਾਏ ਸਭ ਹਾਥ ਪਖਾਰੇ। ਐਨ ਰੱਜ ਕੇ ਪ੍ਰਸ਼ਾਦਾ ਛਕਿਆ ਜੀ। ਫਿਰ ਹੱਥ ਸੁੱਚੇ ਕੀਤੇ ਮਹਾਰਾਜ ਜੀ ਨੇ। ਸੱਧੂ ਮਾਨ ਰੱਖ ਬੇਕਾਰਨ। ਇਹ ਸੱਧੂ ਦਾ ਮਾਣ ਰੱਖਣ ਲਈ ਇੱਕ ਗੱਲ ਕਹਿ ਰਹੇ ਆ। ਸਵਾਦ ਸਰਾਹਤ ਭਲੇ ਆਹਾਰਨ। ਮਹਾਰਾਜ ਕਹਿੰਦੇ ਵਾਹ ਵਾਹ ਸੱਧੂ, ਭੋਜਨ ਤੇ ਬਹੁਤਾ ਹੀ ਸਵਾਦ ਹੈ। ਕਹਿਣ ਲੱਗੇ ਵੇਖੋ, ਗੁਰੂ ਸਾਹਿਬ ਦਾ ਤੇ ਜੀਭ ਨਾਲ ਕੋਈ ਰਸ ਨਾਲ ਸੰਬੰਧ ਨਹੀਂ ਹੈਗਾ, ਜੀਭ ਦੇ ਰਸ ਦਾ। ਮਹਾਰਾਜ ਤੇ ਰਸਾਂ ਕਸਾਂ ਤੋਂ ਉੱਤੇ ਨੇ। ਮਹਾਰਾਜ ਤੇ ਛੱਡੋ, ਮਹਾਰਾਜ ਦੇ ਸਿੱਖ ਬੜੇ ਉੱਚੇ ਹੈ। ਪਰ ਭਾਈ ਸੱਧੂ ਦਾ ਮਾਣ ਰੱਖਣ ਲਈ ਮਹਾਰਾਜ ਕਹਿੰਦੇ ਭਾਈ ਸੱਧੂ ਬੜਾ ਹੀ ਵਧੀਆ ਪ੍ਰਸ਼ਾਦਾ ਛਕਾਇਆ। ਕਹਿਣ ਲੱਗੇ ਹਾਂਜੀ। ਹਾਥ ਜੋੜ ਕਹੈ ਮੈਂ ਕਿਸ ਲਾਇਕ। ਭਾਈ ਸੱਧੂ ਨੇ ਹੱਥ ਜੋੜ ਲਏ ਜੀ। ਤੁਸੀਂ ਵੀ ਜੋੜੋ, ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਸੰਗਤ ਜੀ ਹੱਥ ਜੋੜ ਕੇ ਪ੍ਰੇਮ ਨਾਲ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਭਾਈ ਸੱਧੂ ਜੀ ਕਹਿੰਦੇ ਮਹਾਰਾਜ ਮੈਂ ਕਿਸ ਯੋਗ ਹੈਗਾ।
हाँ जी। दीन दयाल तुम सहज सुभायक। सच्चे पातशाह तुहीं दीन दयालू चे महाराज, सहज सुभाਅ तुहाडा महाराज, तुहीं गरीबां उत्ते दया करनी करनी है। हाँ जी। जिम दुर्योधन आदि त्यागे। जिवें महाराज अहीं सुनी है कथा, वेखो उस समय कृष्ण जी दुर्योधन सारियां दी कथा चलदी सी। महाराज जिवें दुर्योधन वर्गियां नूं छड्ड के श्री कृष्ण जी ने सदन बिदर के बस अनुरागे। ते बिदर दा प्रेम वेख के ओदे घर दा अलूणा साग खादा सीगा। हाँ जी। सो बिध आज भई मम साथ। महाराज मैं ते बिदर तो भी नीवा हाँ, अज महाराज ओहो ही कुछ मेरे नाल हो गया। तुसीं पातशाह मालक, मैं गरीब जिहा सिख, महाराज तुसीं मेरे घर आए। हाँ जी। सब को तज मम घर बस नाथ। सारियां दे घर छड्ड के मेरे गरीब दे घर आए। हाँ जी। रुचिर चरित्र बचित्र पवित्र। हाँ। को कह सकै आप के चित्र। ते भाई सद्धू बैराग करन लग पिया जी। महाराज श्री गुरु अर्जन देव साहब जी नूं हथ जोड़ के कहण लगा, महाराज आप जी दे चरित्र कौतक जेड़े है ना महाराज, मैं अपनी जुबान तो कह ही नहीं सकता। की आखा महाराज, कैसे दयालु हो तुसी महाराज। महाराज मैं अपनी जीभ तो तुहाडे कौतक दस ही नहीं सकता चंगी तरह। हाँ। गुर पर्यंक पर पहुंचे जब। महाराज ने वेख्या भाई सद्धू प्रेम बैराग ना भर गया। महाराज उठे उथों ते पलंगे ते जाके सज गए। भोजन अचियो त्रिय जुत जब। ते फिर भाई सद्धू ने ते ओदी घरवाली ने भोजन प्रसाद छकिया जी। हाँ जी। पुन दंपत बिजना ले गए। फिर दोवें जी हाथ च पखा लैके पखा झल्लण लग पे, क्यों जेठ दा महीना सीगा जी उदों जी। हाँ जी। पौन प्रीत सो हांकत भये। बड़े प्रेम नाल पौन हवा चल रहे जी। हाँ जी। सुंदर मृदुल चरण को गह कै। घर वाली संगत जी वो पखा चल रही है ते भाई सद्धू ने बेनती की, महाराज दे चरण अपने हाथ च फड़ के चांपत चौंप चार कू चहकै। बड़े प्रेम नाल महाराज जी दे चरण घुटन लग पे जी। हाँ जी। जिस जिस सिख को सुध तब होई। हुण घर च दीवे जग रहे, लोग कहंदे सद्धू दे घर क्यों दीवे जगण दे आ। ते दसण वाले ने दसिया अज सद्धू दे घर खुद गुरु अर्जन देव जी अमृतसरों आए हुए ने। वो खबरां फैल गईयां जी आसे पासे, जिन्नू जिन्नू भी पता लगा दर्शन को आए सब कोई। ओहो ही दर्शनां नूं आ गया जी। ओहो ही दर्शनां नूं आ गया, भज्जे आउण। हाँ जी। धर धर भेंट बंदना ठानै। मनोकामना बिनय बखानै। ते महाराज अगे फिर माया रख के, भेटावां रख के, फल रख के, सुख शांति दियां अरदासां करदे सतगुरु जी दे अगे लाहौर दे वासी। हाँ जी। इसी प्रकार निशा बढ़ गई। इस तरीके नाल रात पै गई जी। हाँ जी। सुख सहजा पर निंद्रा लई। संगतां नूं दर्शन दे के महाराज गरीब नवाज आराम करन लग पए। इहदे तो अगे जिहड़ी कथा है उस संगत दी आपां कल नूं सरवण करांगे। वाहिगुरू कल ते किते बाहर जाना कथा वास्ते, परसों आपां कथा सुणांगे। होईयां भुल्लां चुकां दी खिमा बख्शिश करनी। महाराज गुरु अर्जन देव साहब जी साडे सिर ते मेहरां भरिया हथ रखण, किरपा करन। अरदास करो सच्चे पातशाह भाई सद्धू जी वर्गा प्रेम किते साडे मनां विच भी वस जावे जी। प्यार वालियां नूं गुरु जी आप पहुँच के दर्शन देंदे जी जाके जी। हाँ जी। आम बंदा धक्के खांदा रहिंदा गल नहीं बनदी, प्यार वालियां दे घर ही पहुँच जांदे महाराज जी। हुण वेखो ना जी, गुरु रामदास जी के दर्शन करन लई 1.5 घंटा संगतां लाइन च खलो के दर्शन करदियां। बड़े पुन्न वधदे, बड़ी चंगी गल है जी। ते प्यार वालियां दे घर ही गुरु रामदास जी चले जांदे जी, घर ही चले जांदे जी। उस सिख दा नाम मैनू एक दिन भाई साहब पुछ रहे सी, कंठा नाम है जी भाई सिख दा जी। किते कैंठा नाम ही आया।
ਨੇਤਰਾਂ ਤੋਂ ਦਿਸਦਾ ਨਹੀਂ ਸੀ ਉਹਨੂੰ ਜੀ ਬੜਾ ਕਰੇ। ਗੁਰੂ ਹਰਗੋਬਿੰਦ ਸਾਹਿਬ ਨੇ ਉਹਦੀ ਇੱਕ ਸਿੱਖ ਦੀ ਡਿਊਟੀ ਲਾਈ ਸੀ ਵੀ ਭਾਈ ਕੰਠੇ ਨੂੰ ਨਾ ਰੋਜ਼ ਲੈ ਕੇ ਆਇਆ ਕਰੋ, ਹਰ ਰੋਜ਼ ਭਾਈ ਕੰਠੇ ਨੂੰ ਅਕਾਲ ਤਖਤ ਲੈ ਕੇ ਆਇਆ ਕਰੋ। ਇੱਕ ਦਿਨ ਮੀਂਹ ਬੜਾ ਪਿਆ, ਹੁਣ ਉਹ ਭਾਈ ਕੰਠੇ ਦਾ ਸਰੀਰ ਭਾਰਾ ਥੋੜਾ ਦਿਸਦਾ ਅੱਖਾਂ ਤੋਂ ਹੈ ਨਹੀਂ। ਉਹ ਸਿੱਖ ਜਿਹੜਾ ਰੋਜ਼ ਲੈ ਕੇ ਜਾਂਦਾ ਸੀ ਨਾ, ਉਹਨੇ ਸੋਚਿਆ ਵੀ ਸਰੀਰ ਭਾਰਾ, ਪੈਰ ਤਿਲਕ ਗਿਆ, ਡਿੱਗ ਜਾਏਗਾ ਤੇ ਮੈਂ ਕਿਵੇਂ ਸੰਭਾਂਗਾ। ਉਹਨੂੰ ਲੈ ਕੇ ਨਾ ਗਿਆ। ਭਾਈ ਕੰਠਾ ਘਰ 'ਚ ਹੀ ਬੈਠਾ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰੇ। ਜਦੋਂ ਐਨ ਮਨੋਂ ਤਨੋਂ ਯਾਦ ਕੀਤਾ, ਮਹਾਰਾਜ ਅਕਾਲ ਤਖਤ ਸਾਹਿਬ ਬੈਠੇ ਕਹਿਣ ਲੱਗੇ, ਸਿੱਖੋ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਹੋਵੇ ਤੇ ਆ ਨਾ ਸਕੇ ਤੇ ਕੀ ਕਰਨਾ ਚਾਹੀਦਾ? ਇੱਕ ਸਿੱਖ ਕਹਿੰਦਾ, ਮਹਾਰਾਜ ਫਿਰ ਆਪ ਹੀ ਉਹਦੇ ਕੋਲ ਚੱਲ ਜਾਣਾ ਚਾਹੀਦਾ। ਮਹਾਰਾਜ ਕਹਿੰਦੇ ਫਿਰ ਠੀਕ ਹੈ। ਸੱਚੇ ਪਾਤਸ਼ਾਹ ਉੱਠੇ, ਆਪ ਚੱਲ ਕੇ ਭਾਈ ਕੰਠੇ ਦੇ ਘਰ ਪਹੁੰਚ ਗਏ। ਦਰਵਾਜ਼ਾ ਖੁੱਲ੍ਹਾ, ਦਰਵਾਜ਼ਾ ਖੜਕਾਇਆ। ਉਹਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤੇ 7.5 ਫੁੱਟ ਉੱਚਾ ਕੱਦ ਨਾਲ ਸਿੱਖ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਖਲੋਤੇ ਹੋਏ। ਉਹਨੇ ਆ ਰਹੀ ਕਹਿੰਦੀ, ਵੇਖੋ ਕੀ ਹੋ ਗਿਆ ਬਾਹਰ। ਮਹਾਰਾਜ ਆਏ, ਉਹ ਕਹਿੰਦੇ ਚੱਲ ਮਜ਼ਾਕ ਨਹੀਂ ਕਰੀਦਾ, ਸਾਡੇ ਗਰੀਬਾਂ ਘਰ ਮਹਾਰਾਜ ਨੇ ਕਿੱਥੋਂ ਆਉਣਾ, ਐਡੇ ਵੱਡੇ ਪਾਤਸ਼ਾਹ ਮਾਲਕ। ਭਾਈ ਕੰਠੇ ਨੂੰ ਭਰੋਸਾ ਨਹੀਂ ਗਿਆ, ਕਹਿੰਦੇ ਮਹਾਰਾਜ ਨਹੀਂ ਆ ਸਕਦੇ। ਤੇ ਸੰਗਤ ਜੀ ਕਹਿੰਦਾ ਫਿਰ ਮਹਾਰਾਜ ਦੇ ਇੱਕ ਵਾਰੀ ਮੈਂ ਚਰਨਾਂ ਨੂੰ ਹੱਥ ਲਾਇਆ, ਮੈਂ ਇਹਨਾਂ ਦੇ ਚਰਨਾਂ ਤੇ ਹੱਥ ਲਾਵਾਂਗਾ। ਜਦੋਂ ਚਰਨਾਂ ਤੇ ਹੱਥ ਲਾਇਆ, ਕਹਿੰਦਾ ਚਰਨ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਹੀ ਗਏ, ਮਹਾਰਾਜ ਦੇ ਹੀ। ਮਹਾਰਾਜ ਕਹਿੰਦੇ, ਕੰਠੇ ਅਸੀਂ ਖੁਸ਼ ਹਾਂ, ਕੁਝ ਮੰਗ। ਭਾਈ ਕੰਠਾ ਕਹਿੰਦਾ, ਮਹਾਰਾਜ ਇਹਨਾਂ ਨੇਤਰਾਂ ਨਾਲ ਤੁਹਾਡੇ ਦਰਸ਼ਨ ਕਰਨੇ, ਅੱਖਾਂ ਨਹੀਂ ਹੈਗੀਆਂ। ਮਹਾਰਾਜ ਕਹਿੰਦੇ, ਕੰਠਿਆ ਅੱਖਾਂ ਬੰਦ ਕਰ। ਬੰਦ ਕੀਤੀਆਂ। ਹੁਣ ਕਹਿੰਦੇ, ਕਹਿ ਸਤਨਾਮ ਸ੍ਰੀ ਵਾਹਿਗੁਰੂ। ਅੱਖਾਂ ਖੋਲ। ਉਹਨੇ ਅੱਖਾਂ ਖੋਲੀਆਂ। ਅੱਖਾਂ ਜਦੋਂ ਖੋਲੀਆਂ ਤੇ ਅੱਖਾਂ ਦੀ ਜੋਤ ਵਾਪਸ ਆ ਗਈ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋ ਗਏ। ਰੱਜ ਕੇ ਦਰਸ਼ਨ ਦੇ ਤੇ ਮਹਾਰਾਜ ਨੇ, ਤੇ ਮਹਾਰਾਜ ਚੱਲੇ ਤੇ ਭਾਈ ਕੰਠਾ ਕਹਿੰਦਾ, ਮਹਾਰਾਜ ਮੈਨੂੰ ਫਿਰ ਅੰਨਾ ਕਰ ਦਿਓ। ਮਹਾਰਾਜ ਕਹਿੰਦੇ, ਭਾਈ ਕੰਠਿਆ ਇਹ ਕੀ ਗੱਲ? ਮਹਾਰਾਜ ਇਹਨਾਂ ਅੱਖਾਂ ਨੇ ਦਰਸ਼ਨ ਕਰਨੇ ਹੀ ਤੁਹਾਡੇ, ਉਹ ਕਰ ਲਏ। ਹੁਣ ਮੈਂ ਦੁਨੀਆ ਨੂੰ ਵੇਖਾਂਗਾ ਤੇ ਦੁਨੀਆ ਨੂੰ ਕੀ ਵੇਖ ਕੇ ਕਰਨਾ? ਮਹਾਰਾਜ ਹੁਣ ਮੈਨੂੰ ਵਾਪਸ ਅੰਨਾ ਕਰ ਦਿਓ। ਮਹਾਰਾਜ ਮੈਂ ਕਿਸੇ ਹੋਰ ਨੂੰ ਨਹੀਂ ਵੇਖਣਾ ਚਾਹੁੰਦਾ, ਮੈਂ ਹੁਣ ਇਹ ਦਰਸ਼ਨ ਹਿਰਦੇ 'ਚ ਵਸਾਲੇ, ਦਿਨ ਰਾਤ ਤੁਹਾਡੇ ਦਰਸ਼ਨ ਕਰਨੇ ਆ ਸੁਰਤੀ ਨਾਲ। ਮਹਾਰਾਜ ਕਹਿਣ ਲੱਗੇ, ਭਾਈ ਕੰਠੇ 2 ਦਿਨ ਤੇਰੀ ਉਮਰ ਰਹਿ ਗਈ, ਲੈ ਲਾ ਅੱਖਾਂ। ਕਹਿਣ ਲੱਗੇ, ਫਿਰ ਤੂੰ ਸਰੀਰ ਤਿਆਗ ਹੀ ਦੇਣਾ। ਪਿਆਰ ਵਾਲਿਆਂ ਤੇ ਮਹਾਰਾਜ ਬੜੀਆਂ ਹੀ ਬਖਸ਼ਿਸ਼ਾਂ ਕਰਦੇ, ਬੜੀਆਂ ਹੀ ਮਿਹਰਾਂ ਕਰਦੇ ਆ। ਮਹਾਰਾਜ ਅੱਗੇ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਸਾਡੇ ਮਨਾਂ ਵਿੱਚ ਤੁਹਾਡਾ ਪ੍ਰੇਮ ਪੈਦਾ ਹੋਵੇ। ਗੱਜ ਕੇ ਆਖੋ, ਵਾਹਿਗੁਰੂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ